ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਫਲਸਫੇ ਜ਼ਿੰਦਗੀ ਦੇ ਚੈਨਲ 'ਤੇ। ਹਾਜ਼ਰ ਹਾਂ ਜੀ ਨਵੀਂ ਕਹਾਣੀ ਦੇ ਨਾਲ। ਅੱਜ ਘਰ ਵਿੱਚ ਇੱਕ ਤਿਉਹਾਰ ਵਰਗਾ ਮਾਹੌਲ ਸੀ। ਕ੍ਰਿਸ਼ਨਾ ਦੇਵੀ ਦੇ ਪੈਰ ਤਾਂ ਜ਼ਮੀਨ 'ਤੇ ਨਹੀਂ ਲੱਗ ਰਹੇ ਸੀ। ਅੱਜ ਉਸ ਦਾ ਪੋਤਾ ਪੂਰੇ 1 ਮਹੀਨੇ ਦਾ ਹੋ ਗਿਆ ਸੀ। ਪੋਤੇ ਦੇ ਜਨਮਦਿਨ ਦੀ ਪਾਰਟੀ 'ਤੇ ਕ੍ਰਿਸ਼ਨਾ ਦੇਵੀ ਦੇ ਪੁੱਤ ਨੂੰਹ ਨੇ ਆਂਢ ਗੁਆਂਢ ਦੇ ਲੋਕਾਂ ਤੇ ਆਪਣੇ ਆਫਿਸ ਦੇ ਦੋਸਤਾਂ ਲਈ ਇੱਕ ਸ਼ਾਨਦਾਰ ਪਾਰਟੀ ਰੱਖੀ ਸੀ। ਕ੍ਰਿਸ਼ਨਾ ਦੇਵੀ ਸਾਰੇ ਮਹਿਮਾਨਾਂ ਦੀ ਆਓ ਭਗਤ ਵਿੱਚ ਲੱਗੀ ਹੋਈ ਸੀ ਤੇ ਮਹਿਮਾਨਾਂ ਦੇ ਲਈ ਰਸੋਈ ਵਿੱਚੋਂ ਗਰਮ-ਗਰਮ ਚਾਹ ਲੈ ਕੇ ਆ ਰਹੀ ਸੀ ਤਾਂ ਇੱਕਦਮ ਉਸ ਦਾ ਪੈਰ ਰਸੋਈ ਦੇ ਦਰਵਾਜ਼ੇ ਨਾਲ ਵੱਜ ਗਿਆ। ਕ੍ਰਿਸ਼ਨਾ ਦੇਵੀ ਨੇ ਸੰਭਲਣ ਦੀ ਕੋਸ਼ਿਸ਼ ਕੀਤੀ ਤੇ ਖੁਦ ਨੂੰ ਬੜੀ ਮੁਸ਼ਕਲ ਨਾਲ ਡਿੱਗਦੇ ਬਚਾਇਆ, ਪਰ ਉਸ ਦੇ ਹੱਥ ਵਿੱਚੋਂ ਚਾਹ ਵਾਲੀ ਟਰੇ ਹੇਠਾਂ ਡਿੱਗ ਗਈ। ਪਰ ਇਸ ਸਭ ਦੇ ਦੌਰਾਨ ਉਸ ਦੀ ਸਾੜੀ 'ਤੇ ਚਾਹ ਡੁੱਲ ਗਈ ਤੇ ਦਾਗ ਪੈ ਗਏ। ਆਪਣੇ ਦੋਸਤਾਂ ਨਾਲ ਗੱਲ ਕਰਦੇ ਹੋਏ ਉਸ ਦੀ ਨੂੰਹ ਨਿਮਰਤ ਵੀ ਇਹ ਸਭ ਦੇਖ ਰਹੀ ਸੀ। ਉਸ ਸਮੇਂ ਨਿਮਰਤ ਗੁੱਸੇ ਵਿੱਚ ਉਸ ਦੇ ਕੋਲ ਆਈ ਤੇ ਇਹ ਪੁੱਛਣ ਦੀ ਬਜਾਏ ਕਿ ਕਿਤੇ ਮੰਮੀ ਤੈਨੂੰ ਕੋਈ ਸੱਟ ਤਾਂ ਨਹੀਂ ਲੱਗੀ, ਉਸ ਦੀ ਨੂੰਹ ਗੁੱਸੇ ਨਾਲ ਕਹਿਣ ਲੱਗੀ, ਮੰਮੀ ਤੂੰ ਇੰਨੀ ਲਾਪਰਵਾਹ ਕਿਵੇਂ ਹੋ ਸਕਦੀ ਹੈ? ਮੈਨੂੰ ਤਾਂ ਸਮਝ ਨਹੀਂ ਆਉਂਦਾ ਆਖਰ ਤੇਰਾ ਧਿਆਨ ਕਿੱਥੇ ਰਹਿੰਦਾ ਹੈ। ਬਹੂ ਦਾ ਇਸ ਤਰ੍ਹਾਂ ਦਾ ਵਿਹਾਰ ਦੇਖ ਕੇ ਕ੍ਰਿਸ਼ਨਾ ਦੇਵੀ ਹੈਰਾਨੀ ਨਾਲ ਉਸ ਨੂੰ ਦੇਖਣ ਲੱਗੀ। ਫਿਰ ਨਿਮਰਤ ਕਹਿੰਦੀ, ਇਸ ਤਰ੍ਹਾਂ ਕਿਉਂ ਦੇਖ ਰਹੀ ਹੈ? ਮੈਂ ਤੈਨੂੰ ਆਪਣੀ ਇੰਨੀ ਮਹਿੰਗੀ ਸਾੜੀ ਪਾਉਣ ਨੂੰ ਦਿੱਤੀ ਤੇ ਤੂੰ ਉਸ ਨੂੰ ਵੀ ਖਰਾਬ ਕਰ ਦਿੱਤਾ। ਇਹ ਸਾੜੀ ਮੇਰੀ ਮਾਂ ਨੇ ਮੈਨੂੰ ਦਿੱਤੀ ਸੀ। ਜਾਣਦੀ ਹੈ ਕਿੰਨੀ ਮਹਿੰਗੀ ਸਾੜੀ ਹੈ। ਇਸ ਦੀ ਸਾੜੀ ਦੀ ਕੀਮਤ ਦਾ ਤਾਂ ਤੁਹਾਨੂੰ ਅੰਦਾਜ਼ਾ ਵੀ ਨਹੀਂ ਹੋਏਗਾ। ਤੁਹਾਨੂੰ ਤਾਂ ਕੱਪੜੇ ਪਾਉਣ ਦੀ ਬਿਲਕੁਲ ਵੀ ਤਮੀਜ਼ ਨਹੀਂ ਹੈ। ਤਾਂ ਕ੍ਰਿਸ਼ਨਾ ਦੇਵੀ ਵੀ, ਜਿਸ ਨੂੰ ਆਪਣੀ ਨੂੰਹ ਦੀਆਂ ਗੱਲਾਂ ਸੁਣ ਕੇ ਬਹੁਤ ਹੈਰਾਨੀ ਹੋ ਰਹੀ ਸੀ, ਭਰੇ ਗਲੇ ਨਾਲ ਕਹਿੰਦੀ, ਨਹੀਂ ਬਹੂ, ਮੇਰੀ ਕੋਈ ਗਲਤੀ ਨਹੀਂ ਸੀ। ਮੈਂ ਤਾਂ ਸਿਰਫ ਚਾਹ ਲੈ ਕੇ ਆ ਰਹੀ ਸੀ। ਰਸੋਈ ਵਿੱਚੋਂ ਬਾਹਰ ਨਿਕਲਦੇ ਵਕਤ ਮੈਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਮੇਰਾ ਪੈਰ ਬੂਹੇ ਨਾਲ ਵੱਜ ਗਿਆ ਤੇ ਇਹ ਸਭ ਹੋ ਗਿਆ। ਪਰ ਨਿਮਰਤ ਤਾਂ ਕੁਝ ਸੁਣਨ ਨੂੰ ਤਿਆਰ ਨਹੀਂ ਸੀ। ਮੂੰਹ ਬਣਾਉਂਦੇ ਹੋਏ ਉਹ ਕਹਿੰਦੀ, ਨਹੀਂ, ਇਹ ਤੁਹਾਡੀ ਗਲਤੀ ਥੋੜ੍ਹਾ ਹੈ। ਦਰਅਸਲ ਗਲਤੀ ਤਾਂ ਮੇਰੀ ਹੈ ਜੋ ਤੁਹਾਨੂੰ ਇੰਨੀ ਮਹਿੰਗੀ ਸਾੜੀ ਪਾਉਣ ਨੂੰ ਦੇ ਦਿੱਤੀ। ਪਰ ਤੂੰ ਸਾਬਿਤ ਕਰ ਦਿੱਤਾ ਕਿ ਤੂੰ ਇਹਨਾਂ ਸਾੜੀਆਂ ਦੇ ਲਾਇਕ ਨਹੀਂ ਹੈ। ਸਾਹਮਣੇ ਉਸ ਦਾ ਪੁੱਤ ਪ੍ਰਦੀਪ ਗੁੱਸਾ ਕਰਦਾ ਹੋਇਆ ਕਹਿਣ ਲੱਗਾ, ਕੀ ਮੰਮੀ, ਇੰਨੀ ਮਹਿੰਗੀ ਸਾੜੀ ਪਾਈ ਸੀ ਤਾਂ ਥੋੜ੍ਹਾ ਧਿਆਨ ਰੱਖਣਾ ਚਾਹੀਦਾ ਸੀ ਨਾ। ਹੁਣ ਦੇਖੋ ਨਿਮਰਤ ਤੇ ਇੰਨੀ ਮਹਿੰਗੀ ਸਾੜੀ ਖਰਾਬ ਹੋ ਗਈ ਹੈ। ਸਾਰੇ ਮਹਿਮਾਨਾਂ ਦੀ ਨਜ਼ਰ ਕ੍ਰਿਸ਼ਨਾ ਦੇਵੀ 'ਤੇ ਸੀ। ਆਪਣੇ ਪੁੱਤ ਤੇ ਨੂੰਹ ਦੁਆਰਾ ਬੋਲੇ ਗਏ ਇੰਨੇ ਕੌੜੇ ਸ਼ਬਦਾਂ ਨਾਲ ਉਹ ਅੰਦਰ ਤੱਕ ਟੁੱਟ ਗਈ। ਆਪਣਾ ਤਮਾਸ਼ਾ ਬਣਦੇ ਦੇਖ ਕ੍ਰਿਸ਼ਨਾ ਦੇਵੀ ਤੋਂ ਹੁਣ ਰੁਕਿਆ ਨਾ ਗਿਆ। ਬਿਨਾਂ ਕਿਸੇ ਨੂੰ ਕੁਝ ਕਹੇ ਉਹ ਆਪਣੇ ਕਮਰੇ ਵਿੱਚ ਜਾ ਕੇ ਬੈਠ ਗਈ। ਗਰਮ ਚਾਹ ਡੁੱਲਣ ਦੇ ਕਰਕੇ ਕ੍ਰਿਸ਼ਨਾ ਦੇਵੀ ਦੇ ਹੱਥਾਂ ਵਿੱਚ ਛਾਲੇ ਹੋ ਗਏ, ਜਿਨ੍ਹਾਂ 'ਤੇ ਕਿਸੇ ਦਾ ਧਿਆਨ ਤੱਕ ਨਹੀਂ ਗਿਆ ਸੀ। ਪਰ ਇਹ ਵੀ ਸੱਚ ਸੀ ਕਿ ਉਹਨਾਂ ਛਾਲਿਆਂ ਦੀ ਜਲਨ ਵੀ ਉਸ ਨੂੰ ਇੰਨੀ ਤਕਲੀਫ ਨਹੀਂ ਦੇ ਰਹੀ ਸੀ ਜਿੰਨੀ ਪੁੱਤ ਨੂੰਹ ਦੀਆਂ ਤਿੱਖੀਆਂ ਗੱਲਾਂ ਨੇ ਉਸ ਦੇ ਦਿਲ ਨੂੰ ਤਕਲੀਫ ਪਹੁੰਚਾਈ ਸੀ। ਰਹਿ ਕੇ ਕ੍ਰਿਸ਼ਨਾ ਦੇਵੀ ਦੀਆਂ ਅੱਖਾਂ ਵਿੱਚ ਹੰਝੂ ਆ ਰਹੇ ਸੀ। ਬੈਠੇ ਸੋਚਣ ਲੱਗੀ, ਅੱਜ ਪੂਰੇ 2 ਮਹੀਨੇ ਹੋ ਗਏ ਮੈਨੂੰ ਆਪਣੇ ਪੁੱਤ ਦੇ ਘਰ ਆਏ ਤੇ ਇਸ ਦੌਰਾਨ ਮੈਂ ਉਹਨਾਂ ਦੇ ਲਈ ਕੀ ਨਹੀਂ ਕੀਤਾ। ਘਰ ਵਿੱਚ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਕ ਲੱਤ 'ਤੇ ਖੜੀ ਹੋ ਕੇ ਕੰਮ ਕਰਦੀ ਰਹੀ। ਨੂੰਹ ਤੇ ਪੁੱਤ ਦੀ ਹਰ ਖਵਾਇਸ਼ ਨੂੰ ਪੂਰਾ ਕੀਤਾ। ਕਦੇ ਥਕਾਵਟ ਵੀ ਹੋ ਜਾਂਦੀ ਸੀ ਤਾਂ ਵੀ ਕੰਮ ਵਿੱਚ ਲੱਗੀ ਰਹਿੰਦੀ ਸੀ। ਮੇਰੇ ਗੋਡਿਆਂ 'ਚ ਵੀ ਦਰਦ ਹੁੰਦਾ ਸੀ। ਇਸ ਦੇ ਬਾਵਜੂਦ ਵੀ ਮੂੰਹੋਂ ਉਫ ਤੱਕ ਨਹੀਂ ਕਿਹਾ, ਇਹ ਸੋਚ ਕੇ ਕਿ ਕਿਤੇ ਬਹੂ ਨੂੰ ਬੁਰਾ ਨਾ ਲੱਗ ਜਾਏ। ਪਰ ਨਾ ਤਾਂ ਇਹ ਸਭ ਮੇਰੇ ਆਪਣੇ ਪੁੱਤ ਨੂੰ ਦਿਖਾਈ ਦਿੱਤਾ ਤੇ ਨਾ ਹੀ ਨੂੰਹ ਨੂੰ। ਤੇ ਅੱਜ ਜੇ ਗਲਤੀ ਨਾਲ ਨੂੰਹ ਦੀ ਸਾੜੀ 'ਤੇ ਥੋੜ੍ਹੇ ਦਾਗ ਲੱਗ ਗਏ ਤਾਂ ਸਾਰਿਆਂ ਦੇ ਸਾਹਮਣੇ ਉਸਨੇ ਕਿਵੇਂ ਮੇਰੀ ਬੇਇੱਜ਼ਤੀ ਕਰ ਦਿੱਤੀ। ਅੱਜ ਉਹ ਉਸ ਦਿਨ ਨੂੰ ਕੋਸ ਰਹੀ ਸੀ ਜਦੋਂ ਉਹ ਆਪਣੇ ਪੁੱਤ ਤੇ ਨੂੰਹ ਦੀ ਗੱਲ ਮੰਨ ਕੇ ਬੜੀ ਖੁਸ਼ੀ ਨਾਲ ਉਸ ਦੇ ਘਰ ਆ ਗਈ ਸੀ। ਦਰਅਸਲ ਅੱਜ ਤੋਂ ਕਰੀਬ 2 ਮਹੀਨੇ ਪਹਿਲਾਂ ਜਦੋਂ ਨਿਮਰਤ ਮਾਂ ਬਣਨ ਵਾਲੀ ਸੀ ਤੇ ਇੱਕ ਦਿਨ ਪ੍ਰਦੀਪ ਸਵੇਰੇ
ਆਫਿਸ ਜਾਣ ਲਈ ਤਿਆਰ ਹੋ ਰਿਹਾ ਸੀ ਤਾਂ ਨਿਮਰਤ ਉਸ ਦੇ ਕੋਲ ਆ ਕੇ ਬੈਠ ਗਈ ਤੇ ਕਹਿੰਦੀ, ਮੈਂ ਤੇਰੇ ਨਾਲ ਕੋਈ ਜ਼ਰੂਰੀ ਗੱਲ ਕਰਨੀ ਹੈ। ਪ੍ਰਦੀਪ ਕਹਿੰਦਾ, ਕਹਿ ਕੀ ਕਹਿਣਾ ਹੈ। ਟਾਈ ਲਗਾਉਂਦੇ ਹੋਏ ਪ੍ਰਦੀਪ ਨੇ ਕਿਹਾ ਤਾਂ ਨਿਮਰਤ ਸ਼ਿਕਾਇਤੀ ਲਹਿਜੇ ਵਿੱਚ ਕਹਿੰਦੀ, ਪ੍ਰਦੀਪ, ਮੇਰੀ ਹਾਲਤ ਤਾਂ ਤੂੰ ਜਾਣਦਾ ਹੀ ਹੈ। ਮੇਰੇ ਤੋਂ ਹੁਣ ਘਰ ਦੇ ਸਾਰੇ ਕੰਮ ਨਹੀਂ ਹੁੰਦੇ। ਮੈਂ ਸੋਚ ਰਹੀ ਹਾਂ ਕਿ ਸਾਰੇ ਦਿਨ ਦੇ ਕੰਮ ਲਈ ਕਿਉਂ ਨਾ ਆਪਾਂ ਇੱਕ ਮੇਡ ਲਗਾ ਲਈਏ। ਮੈਨੂੰ ਬਹੁਤ ਸਹੂਲਤ ਹੋ ਜਾਏਗੀ। ਨਿਮਰਤ ਦੀ ਇਹ ਗੱਲ ਸੁਣ ਕੇ ਪ੍ਰਦੀਪ ਨੇ ਕਿਹਾ, ਨਹੀਂ ਨਿਮਰਤ, ਮੇਡ ਦਾ ਤਾਂ ਬਹੁਤ ਖਰਚਾ ਹੋ ਜਾਏਗਾ। ਬਸ ਤੈਨੂੰ ਤਾਂ ਆਪਣੇ ਖਰਚੇ ਦੀ ਪਈ ਹੈ। ਮੇਰੀ ਤਾਂ ਤੈਨੂੰ ਬਿਲਕੁਲ ਚਿੰਤਾ ਨਹੀਂ ਹੈ। ਨਿਮਰਤ ਨੇ ਗੁੱਸੇ ਨਾਲ ਕਿਹਾ ਤਾਂ ਪ੍ਰਦੀਪ ਕਹਿੰਦਾ, ਦੇਖੋ ਨਿਮਰਤ, ਅਜੇ ਤਾਂ ਮੈਨੂੰ ਆਫਿਸ ਜਾਣ ਦੇ ਲਈ ਦੇਰ ਹੋ ਰਹੀ ਹੈ। ਇਸ ਬਾਰੇ ਆਪਾਂ ਰਾਤ ਨੂੰ ਗੱਲ ਕਰਾਂਗੇ। ਮੈਂ ਇਸ ਦਾ ਕੋਈ ਨਾ ਕੋਈ ਹੱਲ ਜ਼ਰੂਰ ਕੱਢ ਲਵਾਂਗਾ। ਤੂੰ ਚਿੰਤਾ ਨਾ ਕਰ। ਮੈਂ ਕੁਝ ਇਹੋ ਜਿਹਾ ਕਰਦਾ ਹਾਂ ਜਿਸ ਨਾਲ ਤੇਰੇ ਸਾਰੇ ਕੰਮ ਹੋ ਜਾਣਗੇ ਤੇ ਤੈਨੂੰ ਆਰਾਮ ਹੀ ਆਰਾਮ ਮਿਲੇ। ਪ੍ਰਦੀਪ ਦੀ ਇਹ ਗੱਲ ਸੁਣ ਕੇ ਨਿਮਰਤ ਖੁਸ਼ ਹੋ ਗਈ ਤੇ ਖੁਸ਼ੀ ਨਾਲ ਕਹਿੰਦੀ, ਅੱਛਾ, ਇਹੋ ਜਿਹਾ ਕੀ ਕਰਨ ਵਾਲੇ ਹੋ, ਮੈਨੂੰ ਦੱਸੋ ਤਾਂ ਸਹੀ। ਤਾਂ ਪ੍ਰਦੀਪ ਨੇ ਕਿਹਾ, ਬਸ ਤੂੰ ਦੇਖਦੀ ਜਾ। ਜੋ ਤਰਕੀਬ ਮੈਂ ਸੋਚੀ ਹੈ ਨਾ, ਉਸ ਨਾਲ ਸੱਪ ਵੀ ਮਰ ਜਾਏਗਾ ਤੇ ਡੰਡਾ ਵੀ ਨਹੀਂ ਟੁੱਟੇਗਾ। ਇੰਨਾ ਕਹਿ ਕੇ ਪ੍ਰਦੀਪ ਆਪਣੇ ਆਫਿਸ ਚਲਾ ਗਿਆ। ਪ੍ਰਦੀਪ ਦੇ ਜਾਂਦੇ ਹੀ ਰੋਜ਼ਾਨਾ ਦੀ ਤਰ੍ਹਾਂ ਨਿਮਰਤ ਦੇ ਮੋਬਾਈਲ ਤੇ ਰਿੰਗ ਵੱਜੀ ਤੇ ਉਸ ਦੇ ਬਾਅਦ ਉਹ ਬਹੁਤ ਦੇਰ ਤੱਕ ਨਿਮਰਤ ਆਪਣੀ ਮਾਂ ਨਾਲ ਗੱਲਾਂ ਕਰਦੀ ਰਹੀ। ਸ਼ਾਮ ਨੂੰ ਜਿਵੇਂ ਹੀ ਪ੍ਰਦੀਪ ਵਾਪਸ ਘਰ ਆਇਆ ਤਾਂ ਆਪਣੀ ਪਤਨੀ ਨੂੰ ਕਹਿੰਦਾ, ਤੇਰੇ ਤੋਂ ਘਰ ਦਾ ਕੰਮ ਨਹੀਂ ਕੀਤਾ ਜਾਂਦਾ ਨਾ, ਇਸ ਲਈ ਮੈਂ ਸੋਚਿਆ ਹੈ ਕਿ ਮੈਂ ਪਿੰਡੋਂ ਆਪਣੇ ਮੰਮੀ ਪਾਪਾ ਨੂੰ ਇੱਥੇ ਬੁਲਾ ਲੈਂਦਾ ਹਾਂ। ਮੰਮੀ ਤੇਰਾ ਖਿਆਲ ਵੀ ਵਧੀਆ ਰੱਖੇਗੀ ਤੇ ਘਰ ਦਾ ਕੰਮ ਵੀ ਕਰੇਗੀ। ਹੋਈ ਨਾ ਇੱਕ ਪੰਥ ਤੇ ਦੋ ਕਾਜ ਵਾਲੀ ਗੱਲ। ਆਪਣੇ ਸੱਸ ਸਹੁਰੇ ਨੂੰ ਬੁਲਾਉਣ ਦਾ ਨਾਮ ਸੁਣ ਕੇ ਨਿਮਰਤ ਦਾ ਮੂੰਹ ਬਣ ਗਿਆ ਤੇ ਕਹਿਣ ਲੱਗੀ, ਲਓ ਇਹ ਕੀ ਤਰਕੀਬ ਕੱਢੀ ਤੁਸੀਂ। ਪ੍ਰਦੀਪ ਕਹਿੰਦਾ, ਕਿਉਂ, ਆਖਰ ਬੁਰਾਈ ਕੀ ਹੈ ਉਹਨਾਂ ਨੂੰ ਇੱਥੇ ਬੁਲਾਉਣ ਵਿੱਚ। ਤਾਂ ਨਿਮਰਤ ਕਹਿੰਦੀ, ਜਦੋਂ ਤੇਰੇ ਮੰਮੀ ਪਾਪਾ ਇੱਥੇ ਰਹਿਣਗੇ ਤਾਂ ਖਰਚਾ ਕਿੰਨਾ ਹੋ ਜਾਏਗਾ, ਇਸ ਦੇ ਬਾਰੇ ਤੂੰ ਸੋਚਿਆ ਨਹੀਂ। ਤਾਂ ਪ੍ਰਦੀਪ ਕਹਿੰਦਾ, ਨਿਮਰਤ, ਇਸ ਦੀ ਚਿੰਤਾ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ ਤੈਨੂੰ। ਮੰਮੀ ਆਪਣੇ ਘਰ ਦਾ ਸਾਰਾ ਕੰਮ ਵਧੀਆ ਕਰੇਗੀ ਤੇ ਬਾਅਦ ਵਿੱਚ ਬੱਚੇ ਨੂੰ ਪਾਲਣ ਲਈ ਵੀ ਮੰਮੀ ਨੂੰ ਆਪਾਂ ਇੱਥੇ ਹੀ ਰੱਖ ਲਵਾਂਗੇ। ਇਹ ਵੀ ਤਾਂ ਸੋਚ, ਤੈਨੂੰ ਕੰਮ ਵਾਲੀ ਬਾਈ ਦੀ ਕੋਈ ਜ਼ਰੂਰਤ ਨਹੀਂ ਪਏਗੀ। ਇਹ ਗੱਲ ਸੁਣ ਕੇ ਨਿਮਰਤ ਕਹਿੰਦੀ, ਹਾਂ, ਇਹ ਗੱਲ ਤਾਂ ਮੇਰੀ ਮੰਮੀ ਨੇ ਵੀ ਕਹੀ ਸੀ ਕਿ ਆਪਣੀ ਸੱਸ ਨੂੰ ਬੁਲਾ ਲਓ ਘਰ ਦੇ ਕੰਮ ਲਈ। ਉਸ ਦੇ ਹੁੰਦੇ ਹੋਏ ਤੈਨੂੰ ਨੌਕਰਾਣੀ ਦੀ ਕੀ ਜ਼ਰੂਰਤ ਹੈ। ਤਾਂ ਪ੍ਰਦੀਪ ਉਸ ਨੂੰ ਪ੍ਰਸ਼ਨਵਾਚਕ ਨਿਗਾਹਾਂ ਨਾਲ ਦੇਖਣ ਲੱਗਾ। ਤਾਂ ਨਿਮਰਤ ਗੱਲ ਨੂੰ ਬਦਲਦੇ ਹੋਏ ਕਹਿੰਦੀ, ਉਹ ਮੇਰਾ ਮਤਲਬ ਇਹ ਹੈ ਕਿ ਮੇਰੀ ਮੰਮੀ ਦਾ ਫੋਨ ਆਇਆ ਸੀ। ਉਹ ਵੀ ਇਹ ਕਹਿ ਰਹੀ ਸੀ ਕਿ ਆਪਣੀ ਸੱਸ ਨੂੰ ਪੂਰੇ 6 ਮਹੀਨੇ ਲਈ ਆਪਣੇ ਕੋਲ ਆਪਣੇ ਘਰ ਬੁਲਾ ਲੈ। ਘਰ ਦੇ ਕੰਮ ਤੋਂ ਲੈ ਕੇ ਬੱਚੇ ਨੂੰ ਸੰਭਾਲਣ ਤੱਕ ਸਾਰੇ ਕੰਮ ਉਹ ਕਰ ਲਵੇਗੀ। ਪਰ ਪ੍ਰਦੀਪ, ਮੰਮੀ ਜੀ ਦਾ ਤਾਂ ਠੀਕ ਹੈ, ਪਰ ਪਾਪਾ ਦਾ ਇੱਥੇ ਕੀ ਕੰਮ ਹੈ। ਉਹਨਾਂ ਨੂੰ ਉੱਥੇ ਪਿੰਡ ਵਿੱਚ ਹੀ ਰਹਿਣ ਦੇ। ਇੱਥੇ ਤਾਂ ਸਿਰਫ ਮੰਮੀ ਦੀ ਹੀ ਜ਼ਰੂਰਤ ਹੈ। ਤਾਂ ਪ੍ਰਦੀਪ ਨੇ ਕਿਹਾ, ਤੂੰ ਸਮਝਦੀ ਨਹੀਂ ਨਿਮਰਤ, ਜੇ ਆਪਾਂ ਮੰਮੀ ਨੂੰ ਇੰਨੇ ਸਮੇਂ ਲਈ ਆਪਣੇ ਕੋਲ ਬੁਲਾਵਾਂਗੇ ਤਾਂ ਪਿੰਡ ਵਿੱਚ ਪਾਪਾ ਦੇ ਖਾਣ ਪੀਣ ਦੀ ਬਹੁਤ ਪ੍ਰੋਬਲਮ ਹੋ ਜਾਏਗੀ ਤੇ ਜੇ ਪਾਪਾ ਇੱਥੇ ਹੀ ਰਹਿਣਗੇ ਤਾਂ ਬਾਹਰ ਦੇ ਸਾਰੇ ਕੰਮ ਉਹੀ ਕਰਦੇ ਰਹਿਣਗੇ। ਸਬਜ਼ੀ ਲਿਆਉਣਾ, ਦੁੱਧ ਲਿਆਉਣਾ, ਰਾਸ਼ਨ ਲਿਆਉਣਾ, ਸਭ ਕੰਮ ਪਾਪਾ ਕਰ ਲੈਣਗੇ। ਤੇ ਫਿਰ ਤੂੰ ਇਹ ਕਿਉਂ ਭੁੱਲ ਜਾਂਦੀ ਹੈ ਕਿ ਉਹਨਾਂ ਦੀ ਪੈਨਸ਼ਨ ਵੀ ਆਉਂਦੀ ਹੈ। ਜਦੋਂ ਉਹ ਇਸ ਘਰ ਵਿੱਚ ਰਹਿਣਗੇ ਤਾਂ ਪੈਨਸ਼ਨ ਵੀ ਤਾਂ ਇਸ ਘਰ ਵਿੱਚ ਹੀ ਖਰਚ ਕਰਨਗੇ ਨਾ। ਮੇਰਾ ਖਰਚਾ ਵੀ ਬਹੁਤ ਘੱਟ ਹੋ ਜਾਏਗਾ। ਫਿਰ ਕੁਝ ਸੋਚਦੇ ਹੋਏ ਪ੍ਰਦੀਪ ਨੇ ਕਿਹਾ, ਪਤਾ ਹੈ, ਜਦੋਂ ਪਾਪਾ ਰਿਟਾਇਰ ਹੋਏ ਸੀ ਤਾਂ ਰਿਟਾਇਰਮੈਂਟ ਦੇ ਉਹਨਾਂ ਨੂੰ ਬਹੁਤ ਵੱਡੀ ਰਕਮ ਮਿਲੀ ਸੀ, ਜਿਸ ਦੀ ਉਹਨਾਂ ਨੇ ਇੱਕ FD ਬਣਵਾ ਲਈ ਸੀ। ਹੁਣ ਉਹ FD ਮੈਚਿਓਰ ਹੋਣ ਦਾ ਸਮਾਂ ਆ ਗਿਆ ਹੈ। ਜਦੋਂ ਪਾਪਾ ਇੱਥੇ ਆਉਣਗੇ ਤਾਂ ਲੱਗੇ ਹੱਥ ਮੈਂ ਉਹਨਾਂ ਤੋਂ ਉਹਨਾਂ ਪੈਸਿਆਂ ਬਾਰੇ ਵੀ ਪੁੱਛ ਲਵਾਂਗਾ।
ਫਿਰ ਆਪਾਂ ਇੱਕ ਵਧੀਆ ਘਰ ਖਰੀਦਾਂਗੇ ਤੇ ਸਕੂਨ ਨਾਲ ਰਹਾਂਗੇ। ਤਾਂ ਨਿਮਰਤ ਕਹਿੰਦੀ, ਪਰ ਫਿਰ ਵੀ ਕਿਤੇ ਇਹ ਨਾ ਹੋਵੇ ਕਿ ਤੇਰੇ ਮੰਮੀ ਪਾਪਾ ਹਮੇਸ਼ਾ ਲਈ ਆਪਣੇ ਨਾਲ ਹੀ ਰਹਿ ਜਾਣ। ਮੈਂ ਉਹਨਾਂ ਦੇ ਨਾਲ ਬਿਲਕੁਲ ਨਹੀਂ ਰਹਿ ਸਕਦੀ। ਮੈਨੂੰ ਤਾਂ ਪ੍ਰਾਈਵੇਸੀ ਪਸੰਦ ਹੈ। ਕਿਸੇ ਦੀ ਦਖਲ ਅੰਦਾਜ਼ੀ ਮੈਂ ਬਰਦਾਸ਼ਤ ਨਹੀਂ ਕਰ ਸਕਦੀ। ਤਾਂ ਪ੍ਰਦੀਪ ਨੇ ਕਿਹਾ, ਯਾਰ ਤੂੰ ਚਿੰਤਾ ਕਿਉਂ ਕਰਦੀ ਹੈ? ਇੱਕ ਵਾਰ ਪੈਸੇ ਹੱਥ ਵਿੱਚ ਆ ਜਾਣ ਦੇ, ਉਸ ਦੇ ਬਾਅਦ ਜਿਵੇਂ ਤੂੰ ਕਹੇਂਗੀ ਉਵੇਂ ਹੀ ਹੋਏਗਾ। ਪ੍ਰਦੀਪ ਦੀ ਇਹ ਗੱਲ ਸੁਣ ਕੇ ਨਿਮਰਤ ਜਿਵੇਂ ਖੁਸ਼ੀ ਨਾਲ ਉਛਲ ਪਈ ਤੇ ਝੱਟ ਕਹਿੰਦੀ, ਤਾਂ ਫਿਰ ਦੇਰ ਕਿਸ ਗੱਲ ਦੀ ਹੈ? ਪ੍ਰਦੀਪ, ਜਲਦੀ ਜਾਓ ਨਾ, ਆਪਣੀ ਮਾਂ ਨੂੰ ਫੋਨ ਕਰੋ। ਹਾਂ ਹਾਂ, ਹੁਣੇ ਕਰਦਾ ਹਾਂ। ਇਹ ਕਹਿ ਕੇ ਪ੍ਰਦੀਪ ਨੇ ਆਪਣੀ ਮਾਂ ਨੂੰ ਫੋਨ ਕੀਤਾ। ਹੈਲੋ ਮਾਂ। ਹੈਲੋ, ਹਾਂ ਬੇਟਾ। ਪ੍ਰਦੀਪ, ਕਿਵੇਂ ਹੈ ਤੂੰ? ਮੇਰੀ ਬਹੂ ਕਿਵੇਂ ਹੈ? ਉਹ ਮੰਮੀ, ਨਿਮਰਤ ਦੀ ਤਬੀਅਤ ਕੁਝ ਠੀਕ ਨਹੀਂ ਰਹਿੰਦੀ। ਤੁਸੀਂ ਤਾਂ ਜਾਣਦੇ ਹੀ ਹੋ, ਉਸ ਨੂੰ 8ਵਾਂ ਮਹੀਨਾ ਚੱਲ ਰਿਹਾ ਹੈ। ਹੁਣ ਉਸ ਤੋਂ ਘਰ ਦਾ ਕੰਮ ਵੀ ਨਹੀਂ ਕੀਤਾ ਜਾਂਦਾ ਤੇ ਇੱਥੇ ਤਾਂ ਕੰਮ ਵਾਲੀ ਬਾਈ ਵੀ ਨਹੀਂ ਮਿਲ ਰਹੀ। ਮੰਮੀ, ਇੱਕ ਕੰਮ ਕਰੋ ਨਾ, ਜੇ ਕੁਝ ਸਮੇਂ ਦੇ ਲਈ ਤੁਸੀਂ ਇੱਥੇ ਆ ਸਕਦੇ ਹੋ ਤਾਂ ਬਹੁਤ ਵਧੀਆ ਹੋਏਗਾ। ਤਾਂ ਪੁੱਤ ਦੀ ਗੱਲ ਸੁਣ ਕੇ ਕ੍ਰਿਸ਼ਨਾ ਦੇਵੀ ਕਹਿੰਦੀ, ਕੋਈ ਗੱਲ ਨਹੀਂ ਬੇਟਾ, ਮੈਂ ਇਸ ਬਾਰੇ ਤੇਰੇ ਪਾਪਾ ਨਾਲ ਗੱਲ ਕਰਦੀ ਹਾਂ। ਉਦੋਂ ਤੱਕ ਤੂੰ ਬਹੂ ਦਾ ਪੂਰਾ ਖਿਆਲ ਰੱਖਣਾ। ਇਹ ਕਹਿ ਕੇ ਕ੍ਰਿਸ਼ਨਾ ਦੇਵੀ ਨੇ ਫੋਨ ਕੱਟ ਦਿੱਤਾ। ਸ਼ਾਮ ਨੂੰ ਜਦੋਂ ਜਗਮੋਹਨ ਦਾਸ ਘਰ ਆਏ ਤਾਂ ਕ੍ਰਿਸ਼ਨਾ ਦੇਵੀ ਉਸ ਨੂੰ ਕਹਿਣ ਲੱਗੀ, ਸੁਣੋ ਜੀ, ਆਪਣੇ ਪ੍ਰਦੀਪ ਦਾ ਫੋਨ ਆਇਆ ਸੀ। ਦੱਸ ਰਿਹਾ ਸੀ ਕਿ ਬਹੂ ਦੀ ਤਬੀਅਤ ਕੁਝ ਠੀਕ ਨਹੀਂ ਹੈ। ਅਗਲੇ ਮਹੀਨੇ ਉਸ ਦੀ ਡਿਲੀਵਰੀ ਹੈ ਤੇ ਉਹਨਾਂ ਨੂੰ ਕੋਈ ਮੇਡ ਨਹੀਂ ਮਿਲ ਰਹੀ। ਇਸ ਲਈ ਉਹਨਾਂ ਨੇ ਆਪਾਂ ਨੂੰ ਬੁਲਾਇਆ ਹੈ। ਕ੍ਰਿਸ਼ਨਾ ਦੇਵੀ ਦੀ ਇਹ ਗੱਲ ਸੁਣ ਕੇ ਜਗਮੋਹਨ ਦਾਸ ਕਹਿੰਦੇ, ਗੱਲ ਤਾਂ ਠੀਕ ਹੈ ਕ੍ਰਿਸ਼ਨਾ, ਜਦੋਂ ਬੱਚਿਆਂ ਨੂੰ ਆਪਣੀ ਜ਼ਰੂਰਤ ਹੈ ਤਾਂ ਆਪਾਂ ਕੰਮ ਨਹੀਂ ਆਵਾਂਗੇ ਤਾਂ ਹੋਰ ਕੌਣ ਕੰਮ ਆਏਗਾ? ਪੁੱਤ ਨੂੰ ਆਪਾਂ ਨੂੰ ਦਾਦਾ ਦਾਦੀ ਬਣਾਉਣ ਜਾ ਰਹੇ ਨੇ, ਇੰਨੀ ਵੱਡੀ ਖੁਸ਼ੀ ਦੇਣ ਜਾ ਰਹੇ ਨੇ, ਤਾਂ ਕੀ ਆਪਾਂ ਉਹਨਾਂ ਦੀ ਇੰਨੀ ਵੀ ਮਦਦ ਨਹੀਂ ਕਰ ਸਕਦੇ? ਬਹੂ ਨੂੰ ਉੱਥੇ ਪਰੇਸ਼ਾਨੀ ਹੋ ਰਹੀ ਹੋਏਗੀ। ਤੂੰ ਜਲਦੀ ਨਾਲ ਸਮਾਨ ਪੈਕ ਕਰ ਲੈ ਤੇ ਉੱਥੇ ਚੱਲਣ ਦੀ ਤਿਆਰੀ ਕਰ। ਆਪਣੇ ਘਰ ਵਾਲੇ ਦੀ ਇਹ ਗੱਲ ਸੁਣ ਕੇ ਕ੍ਰਿਸ਼ਨਾ ਦੇਵੀ ਖੁਸ਼ ਹੋ ਗਈ। ਉਹਨਾਂ ਨੇ ਉਸੇ ਵੇਲੇ ਆਪਣੇ ਪੁੱਤ ਨੂੰ ਫੋਨ ਕੀਤਾ ਤੇ ਖੁਸ਼ੀ ਨਾਲ ਕਹਿੰਦੀ, ਬੇਟਾ, ਅਸੀਂ 1-2 ਦਿਨਾਂ ਵਿੱਚ ਤੇਰੇ ਕੋਲ ਪਹੁੰਚ ਜਾਵਾਂਗੇ। ਪ੍ਰਦੀਪ ਕਹਿੰਦਾ, ਠੀਕ ਹੈ ਮਾਂ, ਸਟੇਸ਼ਨ ਪਹੁੰਚ ਕੇ ਮੈਨੂੰ ਫੋਨ ਕਰ ਦੇਣਾ, ਮੈਂ ਲੈਣ ਆ ਜਾਊਂਗਾ। ਬੜੇ ਹੀ ਲਾਡ ਪਿਆਰ ਤੇ ਹਮਦਰਦੀ ਦੇ ਨਾਲ ਕ੍ਰਿਸ਼ਨਾ ਦੇਵੀ ਨੇ ਆਪਣੇ ਪੁੱਤ ਦੇ ਕੋਲ ਜਾਣ ਦੇ ਲਈ ਹਾਂ ਤਾਂ ਕਰ ਦਿੱਤੀ। ਪਰ ਇਸ ਗੱਲ ਦਾ ਉਸ ਨੂੰ ਜਰਾ ਵੀ ਅਹਿਸਾਸ ਨਹੀਂ ਸੀ ਕਿ ਉਸ ਦਾ ਪੁੱਤ ਤੇ ਨੂੰਹ ਕਿਸ ਇਰਾਦੇ ਨਾਲ ਉਹਨਾਂ ਨੂੰ ਆਪਣੇ ਕੋਲ ਬੁਲਾ ਰਹੇ ਨੇ। 2 ਦਿਨ ਦੇ ਬਾਅਦ ਕ੍ਰਿਸ਼ਨਾ ਦੇਵੀ ਤੇ ਜਗਮੋਹਨ ਦਾਸ ਜੀ ਆਪਣੇ ਪੁੱਤ ਨੂੰਹ ਦੇ ਕੋਲ ਸ਼ਹਿਰ ਪਹੁੰਚ ਗਏ। ਜਿਵੇਂ ਹੀ ਪ੍ਰਦੀਪ ਉਹਨਾਂ ਨੂੰ ਆਪਣੇ ਘਰ ਲੈ ਕੇ ਆਇਆ ਤਾਂ ਘਰ ਆਉਂਦੇ ਹੀ ਕਹਿੰਦਾ, ਦੇਖੋ ਨਾ ਮੰਮੀ, ਕੱਲ ਦੀ ਤੁਹਾਡੀ ਨੂੰਹ ਦੀ ਤਬੀਅਤ ਕਿੰਨੀ ਖਰਾਬ ਹੈ, ਉਲਟੀਆਂ ਆ ਰਹੀਆਂ ਨੇ। ਹੁਣ ਤੱਕ ਤਾਂ ਜਿਵੇਂ ਕਿਵੇਂ ਮੈਂ ਖਾਣਾ ਬਣਾ ਕੇ ਕੰਮ ਚਲਾ ਰਿਹਾ ਸੀ, ਹੁਣ ਤੂੰ ਆ ਗਈ ਹੈ ਤਾਂ ਤੂੰ ਰਸੋਈ ਸੰਭਾਲ ਤੇ ਘਰ ਦੀ ਬਾਕੀ ਜ਼ਿੰਮੇਵਾਰੀ ਵੀ ਹੁਣ ਤੁਹਾਡੇ ਹਵਾਲੇ ਹੈ। ਪੁੱਤ ਨੇ ਇੰਨਾ ਹੱਕ ਜਤਾ ਕੇ ਗੱਲ ਕੀਤੀ ਤਾਂ ਕ੍ਰਿਸ਼ਨਾ ਦੇਵੀ ਬਹੁਤ ਖੁਸ਼ ਹੋ ਗਈ। ਸੋਚਣ ਲੱਗੀ ਕਿ ਮੇਰਾ ਪੁੱਤ ਮੇਰੇ ਨਾਲ ਕਿੰਨਾ ਪਿਆਰ ਕਰਦਾ ਹੈ, ਕਿੰਨੇ ਆਪਣੇਪਨ ਨਾਲ ਉਸਨੇ ਮੇਰੇ ਆਉਂਦੇ ਹੀ ਸਾਰੇ ਘਰ ਦੀ ਜ਼ਿੰਮੇਵਾਰੀ ਮੈਨੂੰ ਦੇ ਦਿੱਤੀ ਹੈ। ਘਰ ਪਹੁੰਚਦੇ ਹੀ ਕ੍ਰਿਸ਼ਨਾ ਦੇਵੀ ਨੇ ਸਾਰੇ ਘਰ ਦਾ ਕੰਮ ਸੰਭਾਲ ਲਿਆ ਤੇ ਘਰ ਦਾ ਸਾਰਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਸਵੇਰ ਦੇ ਨਾਸ਼ਤੇ ਤੋਂ ਲੈ ਕੇ ਰਾਤ ਦੇ ਖਾਣੇ ਤੱਕ ਦਾ ਸਾਰਾ ਕੰਮ ਕ੍ਰਿਸ਼ਨਾ ਦੇਵੀ ਇਕੱਲੀ ਕਰਦੀ। ਆਪਣੀ ਪਤਨੀ ਨੂੰ ਦਿਨ ਰਾਤ ਕੰਮ ਵਿੱਚ ਲੱਗੇ ਹੋਏ ਦੇਖ ਕੇ ਜਗਮੋਹਨ ਦਾਸ ਜੀ ਉਸ ਨੂੰ ਕਹਿਣ ਲੱਗੇ, ਭਾਗਵਾਨੇ, ਤੂੰ ਸਾਰਾ ਦਿਨ ਕੰਮ ਵਿੱਚ ਲੱਗੀ ਰਹਿੰਦੀ ਹੈ, ਕਿਤੇ ਆਪਣੀ ਤਬੀਅਤ ਖਰਾਬ ਨਾ ਕਰ ਲਈ। ਫਿਰ ਕ੍ਰਿਸ਼ਨਾ ਦੇਵੀ ਹੱਸਦੇ ਹੋਏ ਕਹਿੰਦੀ, ਤੁਸੀਂ ਵੀ ਨਾ, ਪੁੱਤ ਨੂੰ ਮੈਨੂੰ ਦਾਦੀ ਬਣਾਉਣ ਜਾ ਰਹੇ ਨੇ, ਕੋਈ ਮਜ਼ਾਕ ਥੋੜੀ ਹੈ ਨਾ। ਇਸ ਖੁਸ਼ੀ ਦੇ ਅੱਗੇ ਤਾਂ ਮੈਨੂੰ ਆਪਣੇ ਗੋਡਿਆਂ ਦਾ ਦਰਦ ਵੀ ਨਜ਼ਰ ਨਹੀਂ ਆਉਂਦਾ। ਇੱਕ ਵਾਰ ਸਭ ਕੁਝ ਵਧੀਆ ਹੋ ਜਾਏ ਤਾਂ ਮੇਰੀ ਚਿੰਤਾ ਖਤਮ ਹੋ ਜਾਏਗੀ।
ਓਨੇ ਚਿਰ ਨੂੰ ਕਮਰੇ ਵਿੱਚੋਂ ਨਿਮਰਤ ਦੀ ਆਵਾਜ਼ ਆਈ, ਮੰਮੀ ਜੀ ਮੇਰੇ ਲਈ ਚਾਹ ਬਣਾ ਦੇਣਾ। ਉਸ ਸਮੇਂ ਪ੍ਰਦੀਪ ਵੀ ਆਫਿਸ ਦੇ ਲਈ ਤਿਆਰ ਹੋ ਗਿਆ ਤੇ ਕਹਿੰਦਾ, ਮੰਮੀ ਮੇਰਾ ਨਾਸ਼ਤਾ ਕਿੱਥੇ ਹੈ? ਕ੍ਰਿਸ਼ਨਾ ਦੇਵੀ ਕਹਿੰਦੀ, ਹੁਣੇ ਲਿਆਈ ਬੇਟਾ। ਕਹਿੰਦੇ ਹੋਏ ਕ੍ਰਿਸ਼ਨਾ ਦੇਵੀ ਫਿਰ ਤੋਂ ਕੰਮ ਕਰਨ ਵਿੱਚ ਲੱਗ ਗਈ। ਇਸ ਤਰ੍ਹਾਂ ਹੀ ਕਰਦੇ ਕਰਦੇ 1 ਮਹੀਨਾ ਬੀਤ ਗਿਆ। ਆਖਰਕਾਰ ਉਹ ਵੀ ਸਮਾਂ ਆ ਗਿਆ ਜਦੋਂ ਘਰ ਵਿੱਚ ਇੱਕ ਨੰਨਾ ਮਹਿਮਾਨ ਆ ਗਿਆ। ਸਾਰੇ ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਸੀ ਤੇ ਕ੍ਰਿਸ਼ਨਾ ਦੇਵੀ ਦਾ ਤਾਂ ਦਾਦੀ ਬਣਨ ਦੀ ਖੁਸ਼ੀ ਵਿੱਚ ਆਪਣੀ ਸਾਰੀ ਥਕਾਵਟ ਹੀ ਭੁੱਲ ਗਈ। ਬੜੀ ਖੁਸ਼ੀ ਆਪਣੀ ਨੂੰਹ ਦੀ ਸੇਵਾ ਕਰ ਰਹੀ ਸੀ। ਉਸ ਨੂੰ ਸਮੇਂ-ਸਮੇਂ 'ਤੇ ਖਾਣਾ ਦਿੰਦੀ, ਬੱਚੇ ਦੀ ਮਾਲਿਸ਼ ਕਰਦੀ ਤੇ ਮਾਂ ਪੁੱਤ ਦੋਨਾਂ ਦਾ ਬਹੁਤ ਵਧੀਆ ਖਿਆਲ ਰੱਖਦੀ। ਇੱਕ ਦਿਨ ਕ੍ਰਿਸ਼ਨਾ ਦੇਵੀ ਤੇ ਜਗਮੋਹਨ ਦਾਸ ਆਪਣੇ ਪੋਤੇ ਨੂੰ ਗੋਦ ਵਿੱਚ ਲੈ ਕੇ ਉਸ ਨਾਲ ਬਹੁਤ ਲਾਡ ਪਿਆਰ ਕਰ ਰਹੇ ਸੀ। ਉਹ ਦੋਨੇ ਉਸ ਨੂੰ ਦੇਖ ਕੇ ਬਹੁਤ ਖੁਸ਼ ਹੋ ਰਹੇ ਸੀ। ਤਾਂ ਉਸ ਵਕਤ ਪ੍ਰਦੀਪ ਉਹਨਾਂ ਦੇ ਕੋਲ ਆਇਆ ਤੇ ਆਪਣੇ ਪਾਪਾ ਨੂੰ ਕਹਿਣ ਲੱਗਿਆ, ਪਾਪਾ ਜੀ ਤੁਸੀਂ ਤਾਂ ਜਾਣਦੇ ਹੋ ਕਿ ਆਪਾਂ ਨੂੰ ਇੱਕ ਵੱਡਾ ਘਰ ਲੈਣਾ ਚਾਹੀਦਾ ਹੈ। ਇਹ ਘਰ ਆਪਾਂ ਨੂੰ ਬਹੁਤ ਛੋਟਾ ਮਹਿਸੂਸ ਹੁੰਦਾ ਹੈ ਤੇ ਤੁਹਾਨੂੰ ਤਾਂ ਪਤਾ ਹੈ ਕਿ ਘਰ ਖਰੀਦਣ ਵਿੱਚ ਲੱਖਾਂ ਰੁਪਈਆਂ ਦੀ ਜ਼ਰੂਰਤ ਹੁੰਦੀ ਹੈ। ਫਿਰ ਜਗਮੋਹਨ ਦਾਸ ਕਹਿੰਦੇ, ਤਾਂ ਬੇਟਾ ਇਸ ਵਿੱਚ ਪਰੇਸ਼ਾਨੀ ਵਾਲੀ ਕਿਹੜੀ ਗੱਲ ਹੈ? ਅਗਲੇ ਮਹੀਨੇ ਮੇਰੀ FD ਮੈਚਿਓਰ ਹੋਣ ਵਾਲੀ ਹੈ। ਹੁਣ ਇਸ ਉਮਰ ਵਿੱਚ ਸਾਨੂੰ ਇੰਨੇ ਪੈਸਿਆਂ ਦੀ ਭਲਾ ਕੀ ਜ਼ਰੂਰਤ ਹੈ? ਜਿੰਨਾ ਵੀ ਪੈਸਾ ਆਏਗਾ ਉਹ ਸਭ ਤੁਸੀਂ ਰੱਖ ਲੈਣਾ। ਇਹ ਗੱਲ ਸੁਣ ਕੇ ਪ੍ਰਦੀਪ ਦੀ ਤਾਂ ਮਨ ਦੀ ਮੁਰਾਦ ਪੂਰੀ ਹੋ ਗਈ। ਉਸ ਦੇ ਬਾਅਦ ਅਜੇ ਕੁਝ ਦਿਨ ਹੀ ਬੀਤੇ ਸੀ ਕਿ ਨਿਮਰਤ ਨੂੰ ਘਰ ਵਿੱਚ ਬੈਠਾ ਆਪਣਾ ਸਹੁਰਾ ਬੁਰਾ ਲੱਗਣ ਲੱਗਿਆ। ਉਸ ਨੂੰ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹ ਤਾਂ ਕਿਸੇ ਕੰਮ ਦਾ ਹੀ ਨਹੀਂ ਹੈ। ਘਰ ਦਾ ਸਾਰਾ ਕੰਮ ਤਾਂ ਉਸ ਦੀ ਸੱਸ ਹੀ ਕਰਦੀ ਹੈ। ਸਹੁਰਾ ਤਾਂ ਬਸ ਘਰ ਵਿੱਚ ਬੈਠ ਕੇ ਕੰਮ ਹੀ ਵਧਾਉਂਦਾ ਹੈ। ਤਾਂ ਨਿਮਰਤ ਨੇ ਆਪਣੇ ਘਰ ਵਾਲੇ ਪ੍ਰਦੀਪ ਨੂੰ ਕਿਹਾ, ਤੁਸੀਂ ਆਪਣੇ ਪਾਪਾ ਨੂੰ ਵਾਪਸ ਪਿੰਡ ਭੇਜ ਦਿਓ। ਫਿਰ ਪ੍ਰਦੀਪ ਨੇ ਉਸ ਨੂੰ ਡਾਂਟਦੇ ਹੋਏ ਕਿਹਾ, ਨਿਮਰਤ ਤੇਰਾ ਦਿਮਾਗ ਖਰਾਬ ਤਾਂ ਨਹੀਂ ਹੋ ਗਿਆ? ਤੂੰ ਪਾਪਾ ਨੂੰ ਘਰ ਭੇਜਣ ਦੀ ਗੱਲ ਕਰ ਰਹੀ ਹੈ। ਪਤਾ ਵੀ ਹੈ ਉਹਨਾਂ ਦੀ FD ਵਿੱਚ ਜਿੰਨਾ ਪੈਸਾ ਪਿਆ ਹੈ ਉਹ ਪੈਸਾ ਪਾਪਾ ਆਪਾਂ ਨੂੰ ਦੇਣ ਵਾਲੇ ਆ। ਇਹ ਨਾ ਭੁੱਲ ਕਿ ਉਹ ਪੈਸੇ ਨਾਲ ਵਧੀਆ ਘਰ ਖਰੀਦਣ ਦਾ ਆਪਣਾ ਸੁਪਨਾ ਪੂਰਾ ਹੋਣ ਵਾਲਾ ਹੈ ਤੇ ਮੈਂ ਉਸ ਪੈਸੇ ਦੇ ਲਈ ਪਾਪਾ ਨਾਲ ਗੱਲ ਵੀ ਕਰ ਲਈ ਹੈ। ਇਸ ਲਈ ਜਦੋਂ ਤੱਕ ਉਹ ਪੈਸਾ ਨਹੀਂ ਮਿਲ ਜਾਂਦਾ ਕੋਈ ਵੀ ਇਹੋ ਜਿਹੀ ਗੱਲ ਨਾ ਕਰਨਾ ਜਿਸ ਨਾਲ ਪਾਪਾ ਨਾਰਾਜ਼ ਹੋ ਜਾਣ। ਅਗਲੇ ਦਿਨ ਜਦੋਂ ਕ੍ਰਿਸ਼ਨਾ ਦੇਵੀ ਰਸੋਈ ਦਾ ਸਾਰਾ ਕੰਮ ਨਿਪਟਾ ਕੇ ਆਪਣੇ ਕਮਰੇ ਵਿੱਚ ਪਹੁੰਚੀ ਤਾਂ ਜਗਮੋਹਨ ਦਾਸ ਜੀ ਬੈਠੇ ਹੋਏ ਕੁਝ ਸੋਚ ਰਹੇ ਸੀ। ਕ੍ਰਿਸ਼ਨਾ ਦੇਵੀ ਕਹਿੰਦੀ, ਕੀ ਗੱਲ ਹੈ? ਬਹੁਤ ਸੋਚ ਵਿੱਚ ਡੁੱਬੇ ਹੋਏ ਹੋ। ਤਾਂ ਜਗਮੋਹਨ ਦਾਸ ਨੇ ਕਿਹਾ, ਕ੍ਰਿਸ਼ਨਾ ਬਹੁਤ ਸਮੇਂ ਤੋਂ ਪ੍ਰਦੀਪ ਵੱਡਾ ਘਰ ਖਰੀਦਣ ਦੀ ਜਿੱਦ ਕਰ ਰਿਹਾ ਹੈ। ਦੇਖਿਆ ਜਾਏ ਤਾਂ ਉਸ ਦੀ ਗੱਲ ਵੀ ਸਹੀ ਹੈ। ਹੁਣ ਮੈਂ ਰਿਟਾਇਰ ਹੋ ਚੁੱਕਿਆ ਹਾਂ। ਹੁਣ ਬੁਢਾਪੇ ਵਿੱਚ ਆਪਾਂ ਕਦੋਂ ਤੱਕ ਪੁੱਤ ਨੂੰਹ ਤੋਂ ਅਲੱਗ ਰਹਾਂਗੇ? ਆਖਰਕਾਰ ਤਾਂ ਆਪਾਂ ਨੂੰ ਵੀ ਬੁਢਾਪੇ ਵਿੱਚ ਪੁੱਤ ਨੂੰਹ ਦਾ ਸਹਾਰਾ ਚਾਹੀਦਾ ਹੈ। ਤਾਂ ਮੇਰੇ ਮਨ ਵਿੱਚ ਵਿਚਾਰ ਆਇਆ ਹੈ ਕਿ ਆਪਾਂ ਆਪਣੇ ਪਿੰਡ ਵਾਲਾ ਘਰ ਤੇ ਜ਼ਮੀਨ ਵੇਚ ਦਿੰਦੇ ਹਾਂ ਤੇ ਹੁਣ ਮੇਰੀ FD ਦੇ ਪੈਸੇ ਵੀ ਤਾਂ ਮਿਲਣ ਵਾਲੇ ਨੇ। ਤਾਂ ਕੁੱਲ ਮਿਲਾ ਕੇ ਇੰਨਾ ਪੈਸਾ ਆ ਜਾਏਗਾ ਕਿ ਇਸ ਨਾਲ ਸ਼ਹਿਰ ਵਿੱਚ ਇੱਕ ਵਧੀਆ ਘਰ ਖਰੀਦਿਆ ਜਾ ਸਕੇਗਾ ਜਿਸ ਵਿੱਚ ਆਪਾਂ ਸਾਰੇ ਇਕੱਠੇ ਰਹਿ ਸਕਾਂਗੇ। ਇਹ ਗੱਲ ਸੁਣ ਕੇ ਕ੍ਰਿਸ਼ਨਾ ਦੇਵੀ ਦੇ ਚਿਹਰੇ ਤੇ ਮੁਸਕਰਾਹਟ ਆ ਗਈ। ਗੱਲ ਤਾਂ ਤੁਸੀਂ ਬਿਲਕੁਲ ਠੀਕ ਕਹੀ ਹੈ। ਇਸ ਨੰਨੇ ਜਿਹੇ ਖਿਡੌਣੇ ਨੂੰ ਛੱਡ ਕੇ ਜਾਣ ਦਾ ਦਿਲ ਤਾਂ ਮੇਰਾ ਵੀ ਨਹੀਂ ਹੈ। ਕਹਿੰਦੇ ਹੋਏ ਕ੍ਰਿਸ਼ਨਾ ਦੇਵੀ ਆਪਣੇ ਪੋਤੇ ਨੂੰ ਚੁੰਮਣ ਲੱਗੀ। ਫਿਰ ਜਗਮੋਹਨ ਦਾਸ ਕਹਿੰਦੇ, ਠੀਕ ਹੈ ਕ੍ਰਿਸ਼ਨਾ, ਮੈਂ ਕੱਲ੍ਹ ਹੀ ਪਿੰਡ ਲਈ ਨਿਕਲ ਜਾਂਦਾ ਹਾਂ। FD ਦੇ ਲਈ ਸਾਰੀ ਫਾਰਮੈਲਿਟੀ ਵੀ ਪੂਰੀ ਕਰਵਾ ਦਿੰਦਾ ਹਾਂ ਤੇ ਪਿੰਡ ਦਾ ਘਰ ਤੇ ਜ਼ਮੀਨ ਵੇਚਣ ਲਈ ਵੀ ਗੱਲ ਕਰ ਲੈਂਦਾ ਹਾਂ। ਇਸ ਸਭ ਕੰਮ ਦੇ ਵਿੱਚ 1 ਹਫ਼ਤੇ ਦਾ ਸਮਾਂ ਲੱਗ ਜਾਏਗਾ। ਫਿਰ ਕ੍ਰਿਸ਼ਨਾ ਦੇਵੀ ਨੇ ਕਿਹਾ, ਅਗਲੇ ਹਫ਼ਤੇ ਤਾਂ ਆਪਣੇ ਪੋਤੇ ਦੇ ਜਨਮ ਦੀ ਖੁਸ਼ੀ ਵਿੱਚ ਘਰੇ ਪਾਰਟੀ ਹੈ। ਤਾਂ ਜਗਮੋਹਨ ਦਾਸ ਕਹਿੰਦੇ, ਕ੍ਰਿਸ਼ਨਾ ਅਗਲੇ ਹਫ਼ਤੇ ਤੱਕ ਤਾਂ ਮੈਂ ਸਾਰਾ ਕੰਮ ਨਿਪਟਾ ਕੇ ਵਾਪਸ ਆ ਹੀ ਜਾਵਾਂਗਾ, ਤੂੰ ਚਿੰਤਾ ਨਾ ਕਰ। ਅਗਲੇ ਦਿਨ ਜਗਮੋਹਨ ਦਾਸ ਜੀ ਪਿੰਡ ਦੇ ਲਈ ਨਿਕਲ ਗਏ।
ਉਹਨਾਂ ਦੇ ਪੁੱਤ ਨੂੰ ਪਿੰਡ ਦਾ ਘਰ ਵੇਚਣ ਤੇ ਐਫਡੀ ਦੇ ਪੈਸੇ ਆਉਣ ਦੀ ਗੱਲ ਸੁਣ ਕੇ ਬਹੁਤ ਖੁਸ਼ੀ ਹੋਈ। ਉਹ ਦੋਨੇ ਖੁੱਲੀਆਂ ਅੱਖਾਂ ਨਾਲ ਵੱਡੇ ਆਲੀਸ਼ਾਨ ਘਰ ਦੇ ਸੁਪਨੇ ਦੇਖਣ ਲੱਗੇ। ਨਵਾਂ ਘਰ ਕਿਸ ਸੁਸਾਇਟੀ ਵਿੱਚ ਖਰੀਦਣਾ ਹੈ, ਘਰ ਦੇ ਕਿੰਨੇ ਕਮਰੇ ਹੋਣਗੇ, ਫਰਨੀਚਰ ਕਿਹੋ ਜਿਹਾ ਹੋਏਗਾ, ਉਹਨਾਂ ਨੇ ਸਭ ਕੁਝ ਤੈਅ ਕਰ ਲਿਆ ਸੀ। ਇੱਕ ਦਿਨ ਦੀ ਗੱਲ ਹੈ, ਜਦੋਂ ਕ੍ਰਿਸ਼ਨਾ ਰਸੋਈ ਵਿੱਚੋਂ ਕੰਮ ਕਰਕੇ ਬਾਹਰ ਆਈ ਤਾਂ ਉਸਨੂੰ ਮੁੰਡੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ। ਉਹ ਉਸੇ ਵੇਲੇ ਗਈ ਤੇ ਆਪਣੀ ਗੋਦ ਵਿੱਚ ਉਠਾ ਲਿਆ। ਅਚਾਨਕ ਉਸਦੀ ਨੂੰਹ ਗੁੱਸੇ ਵਿੱਚ ਕਹਿੰਦੀ, ਮੰਮੀ ਜੀ, ਤੁਸੀਂ ਮੁੰਡੇ ਨੂੰ ਬਿਨਾਂ ਹੱਥ ਧੋਤੇ ਚੁੱਕ ਲਿਆ। ਕੀ ਤੁਹਾਨੂੰ ਇੰਨਾ ਵੀ ਪਤਾ ਨਹੀਂ ਹੈ ਕਿ ਇਸ ਨੂੰ ਇਨਫੈਕਸ਼ਨ ਹੋ ਜਾਏਗੀ? ਅੱਗੇ ਤੋਂ ਮੁੰਡੇ ਨੂੰ ਚੱਕਣਾ ਹੋਵੇ ਤਾਂ ਪਹਿਲਾਂ ਸੈਨੀਟਾਈਜ਼ਰ ਨਾਲ ਹੱਥ ਸਾਫ਼ ਕਰ ਲਿਆ ਕਰੋ। ਕ੍ਰਿਸ਼ਨਾ ਦੇਵੀ ਬਹੂ ਦੇ ਮੂੰਹੋਂ ਇਹੋ ਜਿਹੀਆਂ ਗੱਲਾਂ ਸੁਣ ਕੇ ਹੈਰਾਨ ਹੋ ਗਈ। ਉਸ ਨੂੰ ਹੈਰਾਨੀ ਤਾਂ ਇਸ ਗੱਲ ਦੀ ਸੀ ਕਿ ਉਸਦੀ ਨੂੰਹ ਇਹ ਸਭ ਗੱਲਾਂ ਉਸਦੇ ਪੁੱਤ ਪ੍ਰਦੀਪ ਦੇ ਸਾਹਮਣੇ ਕਹਿ ਰਹੀ ਸੀ, ਪਰ ਪ੍ਰਦੀਪ ਨੇ ਉਸ ਨੂੰ ਇੱਕ ਸ਼ਬਦ ਤੱਕ ਨਹੀਂ ਕਿਹਾ। ਹੌਲੀ-ਹੌਲੀ ਦਿਨ ਬੀਤਦੇ ਗਏ ਤੇ ਕ੍ਰਿਸ਼ਨਾ ਦੇਵੀ ਦੀ ਨੂੰਹ ਨਿਮਰਤ ਉਸੇ ਤਰ੍ਹਾਂ ਉਸਦੇ ਕਿਸੇ ਨਾ ਕਿਸੇ ਕੰਮ ਵਿੱਚ ਕੋਈ ਨਾ ਕੋਈ ਕਮੀ ਕੱਢਦੀ ਰਹਿੰਦੀ। ਉਸ ਦਾ ਪੁੱਤ ਪ੍ਰਦੀਪ ਮੂਕ ਦਰਸ਼ਨ ਬਣ ਕੇ ਇਸ ਤਰ੍ਹਾਂ ਹੀ ਦੇਖਦਾ ਰਹਿੰਦਾ। ਜਦੋਂ ਮੁੰਡਾ 1 ਮਹੀਨੇ ਦਾ ਹੋ ਗਿਆ ਤਾਂ ਪ੍ਰਦੀਪ ਤੇ ਨਿਮਰਤ ਨੇ ਇੱਕ ਪਾਰਟੀ ਦਾ ਪ੍ਰੋਗਰਾਮ ਬਣਾਇਆ। ਪਾਰਟੀ ਵਾਲੇ ਦਿਨ ਕ੍ਰਿਸ਼ਨਾ ਦੇਵੀ ਦੀ ਨੂੰਹ ਨਿਮਰਤ ਉਸਦੇ ਕੋਲ ਆਈ ਤੇ ਕਹਿਣ ਲੱਗੀ, ਮੰਮੀ, ਤੁਹਾਡੇ ਕੋਲ ਤਾਂ ਕੋਈ ਵਧੀਆ ਸਾੜੀ ਨਹੀਂ ਹੈ ਜੋ ਤੁਸੀਂ ਅੱਜ ਪਾਰਟੀ 'ਤੇ ਪਾ ਸਕੋ। ਜੋ ਸਾੜੀਆਂ ਤੁਸੀਂ ਪਿੰਡੋਂ ਲੈ ਕੇ ਆਏ ਹੋ ਉਹ ਸਾਰੀਆਂ ਪੁਰਾਣੇ ਡਿਜ਼ਾਈਨ ਦੀਆਂ ਨੇ। ਪਾਰਟੀ ਵਿੱਚ ਜਿੰਨੇ ਵੀ ਮਹਿਮਾਨ ਹੋਣਗੇ ਸਾਰਿਆਂ ਦੇ ਸਾਰੇ ਹਾਈ ਸੁਸਾਇਟੀ ਦੇ ਨੇ। ਜੇ ਤੁਸੀਂ ਆਪਣੀ ਪੁਰਾਣੀ ਸੂਤੀ ਸਾੜੀ ਪਾ ਕੇ ਸਾਡੇ ਮਹਿਮਾਨਾਂ ਦੇ ਸਾਹਮਣੇ ਆਓਗੇ ਤਾਂ ਸਾਡੀ ਕੀ ਇੱਜ਼ਤ ਰਹਿ ਜਾਏਗੀ? ਤਾਂ ਤੁਸੀਂ ਇੱਕ ਕੰਮ ਕਰੋ, ਤੁਸੀਂ ਅੱਜ ਪਾਰਟੀ ਦੇ ਲਈ ਮੇਰੀ ਸਾੜੀ ਪਾ ਲਓ, ਪਰ ਸੰਭਾਲ ਕੇ ਪਾਉਣਾ, ਕਿਉਂਕਿ ਇਹ ਸਾੜੀਆਂ ਮੇਰੀ ਮਾਂ ਨੇ ਦਿੱਤੀਆਂ ਨੇ ਤੇ ਬਹੁਤ ਮਹਿੰਗੀਆਂ ਨੇ। ਧਿਆਨ ਰੱਖਣਾ ਕਿ ਇਸ ਸਾੜੀ 'ਤੇ ਕੋਈ ਦਾਗ ਨਾ ਪਏ। ਕ੍ਰਿਸ਼ਨਾ ਦੇਵੀ ਨੇ ਕਿਹਾ, ਠੀਕ ਹੈ ਬਹੂ, ਜੇ ਤੂੰ ਕਹਿੰਦੀ ਹੈ ਤਾਂ ਮੈਂ ਤੇਰੀ ਸਾੜੀ ਪਾ ਲੈਂਦੀ ਹਾਂ, ਪਰ ਜ਼ਿਆਦਾ ਮਹਿੰਗੀ ਸਾੜੀ ਨਾ ਦੇਣਾ, ਕੋਈ ਹਲਕੀ ਜਿਹੀ ਸਾੜੀ ਦੇ ਦੇਣਾ, ਤਾਂ ਹੀ ਮੈਂ ਪਾਉਂਗੀ। ਨਿਮਰਤ ਨੇ ਆਪਣੀ ਅਲਮਾਰੀ ਵਿੱਚੋਂ ਇੱਕ ਸਾੜੀ ਕੱਢ ਕੇ ਆਪਣੀ ਸੱਸ ਨੂੰ ਦਿੰਦੇ ਹੋਏ ਕਿਹਾ, ਲਓ ਮੰਮੀ ਜੀ, ਤੁਸੀਂ ਇਹ ਸਾੜੀ ਪਾ ਲਓ। ਇਹੋ ਜਿਹੀ ਸਾੜੀ ਤਾਂ ਤੁਸੀਂ ਕਦੇ ਆਪਣੀ ਜ਼ਿੰਦਗੀ ਵਿੱਚ ਨਹੀਂ ਪਾਈ ਹੋਣੀ। ਜਿਹੋ ਜਿਹੀ ਮੈਂ ਅੱਜ ਤੁਹਾਨੂੰ ਪਾਉਣ ਲਈ ਦੇ ਰਹੀ ਹਾਂ। ਬਹੂ ਦੀ ਇਹ ਗੱਲ ਕ੍ਰਿਸ਼ਨਾ ਦੇਵੀ ਨੂੰ ਮਨ ਹੀ ਮਨ ਦੁੱਖ ਦੇ ਰਹੀ ਸੀ। ਹੁਣ ਤਾਂ ਆਪਣੀ ਨੂੰਹ ਦੀ ਸਾੜੀ ਪਾਉਣ ਦਾ ਉਸਦਾ ਬਿਲਕੁਲ ਵੀ ਮਨ ਨਹੀਂ ਕਰ ਰਿਹਾ ਸੀ, ਪਰ ਉਸਦੇ ਕੋਲ ਹੁਣ ਕੋਈ ਹੋਰ ਚਾਰਾ ਵੀ ਨਹੀਂ ਸੀ। ਇਸ ਲਈ ਉਸਨੇ ਚੁੱਪਚਾਪ ਨਿਮਰਤ ਦੀ ਸਾੜੀ ਲੈ ਲਈ ਤੇ ਮਜਬੂਰੀ ਵਿੱਚ ਉਸ ਨੂੰ ਪਾ ਲਿਆ। ਸ਼ਾਮ ਨੂੰ ਪਾਰਟੀ ਦੇ ਵਕਤ ਉਸਦੇ ਪੁੱਤ ਨੂੰ ਸਾਰੇ ਮਹਿਮਾਨਾਂ ਦੇ ਨਾਲ ਹੱਸਦੇ ਗੱਲਾਂ ਕਰਨ ਵਿੱਚ ਮਸਤ ਸੀ। ਉਧਰ ਕ੍ਰਿਸ਼ਨਾ ਦੇਵੀ ਭੱਜ ਕੇ ਸਾਰਾ ਕੰਮ ਸੰਭਾਲ ਰਹੀ ਸੀ। ਜਗਮੋਹਨ ਦਾਸ ਜੀ ਪਾਰਟੀ ਵਿੱਚ ਸ਼ਾਮਲ ਨਹੀਂ ਹੋਏ ਸੀ, ਕਿਉਂਕਿ ਜਿਸ ਕੰਮ ਦੇ ਲਈ ਉਹ ਪਿੰਡ ਗਏ ਸੀ ਉਸ ਵਿੱਚ ਅਜੇ 2 ਦਿਨ ਦਾ ਸਮਾਂ ਹੋਰ ਲੱਗਣਾ ਸੀ। ਸਾਰੇ ਮਹਿਮਾਨਾਂ ਦੀ ਖਾਤਰਦਾਰੀ ਕਰਦੇ ਕਰਦੇ ਕ੍ਰਿਸ਼ਨਾ ਦੇਵੀ ਨੂੰ ਥਕਾਵਟ ਮਹਿਸੂਸ ਹੋ ਰਹੀ ਸੀ। ਇਸ ਵਕਤ ਉਸਦਾ ਪੈਰ ਰਸੋਈ ਦੇ ਦਰਵਾਜ਼ੇ ਨਾਲ ਵੱਜ ਗਿਆ ਤੇ ਚਾਹ ਉਸਦੀ ਸਾੜੀ ਤੇ ਡੁੱਲ ਗਈ। ਉਸਦੇ ਬਾਅਦ ਤਾਂ ਉਸਦਾ ਪੁੱਤ ਨੂੰਹ ਸਾਰਿਆਂ ਦੇ ਸਾਹਮਣੇ ਆਪਣੀ ਮਾਂ ਨੂੰ ਬਹੁਤ ਕੁਝ ਬੋਲੇ। ਇਹੋ ਜਿਹੇ ਅਪਮਾਨ ਭਰੇ ਸ਼ਬਦ ਸੁਣ ਕੇ ਉਸਦੀਆਂ ਅੱਖਾਂ ਵਿੱਚ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸੀ। ਉਹ ਬਿਨਾਂ ਖਾਣਾ ਖਾਧੇ ਆਪਣੇ ਕਮਰੇ ਵਿੱਚ ਚਲੀ ਗਈ ਤੇ ਨਿਮਰਤ ਦੀ ਸਾੜੀ ਨੂੰ ਲਾਹ ਕੇ ਇੱਕ ਪਾਸੇ ਰੱਖ ਦਿੱਤਾ। ਪਾਰਟੀ ਦੇ ਬਾਅਦ ਉਸਨੇ ਆਪਣੀ ਨੂੰਹ ਨਿਮਰਤ ਨੂੰ ਕਿਹਾ, ਮੈਂ ਕੱਲ ਤੇਰੀ ਸਾੜੀ ਸਾਫ਼ ਕਰਕੇ ਤੈਨੂੰ ਦੇ ਦਿਆਂਗੀ। ਤਾਂ ਨਿਮਰਤ ਗੁੱਸੇ ਵਿੱਚ ਕਹਿੰਦੀ, ਕੋਈ ਜ਼ਰੂਰਤ ਨਹੀਂ ਹੈ ਇੰਨੀ ਮਿਹਰਬਾਨੀ ਕਰਨ ਦੀ। ਮੈਂ ਆਪਣੀ ਸਾੜੀ ਨੂੰ ਘਰੇ ਨਹੀਂ ਧੋਂਦੀ, ਮੈਂ ਆਪਣੀਆਂ ਸਾੜੀਆਂ ਨੂੰ ਡਰਾਈ ਕਲੀਨ ਕਰਵਾਉਂਦੀ ਹਾਂ। ਇੱਕ ਸਾੜੀ ਨੂੰ ਡਰਾਈ ਕਲੀਨ ਕਰਾਉਣ ਦਾ ਖਰਚਾ 500 ਰੁਪਏ ਆਉਂਦਾ ਹੈ। ਮੈਂ ਤੁਹਾਡੀ ਤਰ੍ਹਾਂ ਫਟੀਚਰ ਸਾੜੀਆਂ ਨਹੀਂ ਪਾਉਂਦੀ। ਨਿਮਰਤ ਦੀਆਂ ਇਹ ਗੱਲਾਂ ਸੁਣ ਕੇ ਕ੍ਰਿਸ਼ਨਾ ਦੇਵੀ ਆਪਣੇ ਆਪ ਨੂੰ ਬਹੁਤ ਅਪਮਾਨਿਤ ਮਹਿਸੂਸ ਕਰ ਰਹੀ ਸੀ। ਹੁਣ ਉਸਦਾ ਉਸ ਘਰ ਵਿੱਚ ਬਿਲਕੁਲ ਵੀ ਮਨ ਨਹੀਂ ਲੱਗ ਰਿਹਾ ਸੀ। ਅਗਲੇ ਦਿਨ ਜਦੋਂ ਉਸਦੇ ਪੁੱਤ ਨੂੰ ਘਰੇ ਨਹੀਂ ਸੀ ਤਾਂ ਉਸਦੇ ਘਰ ਵਾਲੇ ਜਗਮੋਹਨ ਦਾਸ ਦਾ ਫੋਨ ਆਇਆ ਤੇ ਕ੍ਰਿਸ਼ਨਾ ਦੇਵੀ ਨੂੰ ਪੁੱਛਣ ਲੱਗ ਗਿਆ, ਪਾਰਟੀ ਕਿਵੇਂ ਰਹੀ? ਸਭ ਕੁਝ ਠੀਕ ਠਾਕ ਤਾਂ ਨਿਪਟ ਗਿਆ ਨਾ?
ਜਗਮੋਹਨ ਦਾਸ ਦੇ ਇਸ ਸਵਾਲ ਤੇ ਕ੍ਰਿਸ਼ਨਾ ਦੇਵੀ ਕੁਝ ਬੋਲ ਨਾ ਸਕੀ। ਕ੍ਰਿਸ਼ਨਾ ਦੇਵੀ ਦੀ ਚੁੱਪ ਜਗਮੋਹਨ ਦਾਸ ਦੇ ਮਨ ਵਿੱਚ ਕਈ ਤਰ੍ਹਾਂ ਦੇ ਪ੍ਰਸ਼ਨ ਖੜੇ ਕਰ ਰਹੀ ਸੀ। ਉਹ ਪਰੇਸ਼ਾਨੀ ਵਿੱਚ ਕਹਿਣ ਲੱਗੇ, ਕੀ ਹੋਇਆ ਕ੍ਰਿਸ਼ਨਾ, ਤੂੰ ਠੀਕ ਤਾਂ ਹੈ ਨਾ? ਉਹ ਇੱਥੇ ਸਭ ਖੈਰ ਖੈਰੀਅਤ ਤਾਂ ਹੈ ਨਾ? ਤਾਂ ਕ੍ਰਿਸ਼ਨਾ ਦੇਵੀ ਨੇ ਅਸਲ ਗੱਲ ਤੇ ਪਰਦਾ ਪਾਉਂਦੇ ਹੋਏ ਕਿਹਾ, ਹਾਂ ਸਭ ਕੁਝ ਠੀਕ ਹੈ, ਬਸ ਮੇਰਾ ਤੁਹਾਡੇ ਬਿਨਾਂ ਇੱਥੇ ਦਿਲ ਨਹੀਂ ਲੱਗ ਰਿਹਾ। ਹੁਣ ਤੁਸੀਂ ਜਲਦੀ ਨਾਲ ਆ ਜਾਓ। ਕ੍ਰਿਸ਼ਨਾ ਦੇਵੀ ਨੇ ਭਰੇ ਗਲੇ ਨਾਲ ਕਿਹਾ। ਤਾਂ ਅਚਾਨਕ ਕ੍ਰਿਸ਼ਨਾ ਦੇਵੀ ਦੇ ਮੂੰਹੋਂ ਇਹ ਗੱਲ ਸੁਣ ਕੇ ਜਗਮੋਹਨ ਦਾਸ ਹੈਰਾਨ ਰਹਿ ਗਏ। ਕਹਿਣ ਲੱਗੇ, ਨਹੀਂ ਕ੍ਰਿਸ਼ਨਾ, ਤੂੰ ਬਹੁਤ ਉਦਾਸ ਲੱਗ ਰਹੀ ਹੈ। ਮੈਂ ਜਾਣਦਾ ਹਾਂ ਤੈਨੂੰ ਤੇਰੀਆਂ ਗੱਲਾਂ ਸੁਣ ਕੇ ਮੈਨੂੰ ਕੁਝ ਠੀਕ ਨਹੀਂ ਲੱਗ ਰਿਹਾ। ਜ਼ਰੂਰ ਕੁਝ ਹੋਇਆ ਹੈ। ਸੱਚ ਸੱਚ ਦੱਸ, ਆਖਰ ਗੱਲ ਕੀ ਹੈ? ਜਗਮੋਹਨ ਦਾਸ ਨੇ ਪੁੱਛਿਆ ਤਾਂ ਕ੍ਰਿਸ਼ਨਾ ਦੇਵੀ ਉੱਚੀ ਉੱਚੀ ਰੋ ਪਈ। ਉਸਨੇ ਰੋਂਦੇ ਹੋਏ ਆਪਣੇ ਆਪ ਬੀਤੀ ਉਸ ਨੂੰ ਫੋਨ ਤੇ ਦੱਸ ਦਿੱਤੀ। ਇਹ ਸਭ ਸੁਣ ਕੇ ਜਗਮੋਹਨ ਦਾਸ ਨੂੰ ਬਹੁਤ ਗੁੱਸਾ ਆਇਆ। ਜਗਮੋਹਨ ਦਾਸ ਨੇ ਹਮੇਸ਼ਾ ਆਪਣੀ ਪਤਨੀ ਦੇ ਨਾਲ ਇੱਜ਼ਤ ਨਾਲ ਗੱਲ ਕੀਤੀ ਸੀ, ਕਦੇ ਉਸਦੇ ਸੁਭਾਬੀਮਾਨ ਨੂੰ ਠੇਸ ਨਹੀਂ ਆਉਣ ਦਿੱਤੀ ਸੀ। ਬੇਹੱਦ ਪਿਆਰ ਕਰਦੇ ਸੀ ਉਹ ਕ੍ਰਿਸ਼ਨਾ ਦੇਵੀ ਨਾਲ। ਪਰ ਅੱਜ ਜਦੋਂ ਉਸ ਨੂੰ ਇਹ ਪਤਾ ਚੱਲਿਆ ਕਿ ਉਸਦੀ ਪਤਨੀ ਨੂੰ ਉਸਦੇ ਪੁੱਤ ਨੂੰਹ ਨੇ ਭਰੀ ਮਹਿਫਲ ਵਿੱਚ ਇੰਨਾ ਸ਼ਰਮਿੰਦਾ ਕੀਤਾ ਹੈ, ਉਹ ਵੀ ਇੱਕ ਸਾੜੀ ਦੀ ਵਜ੍ਹਾ ਕਰਕੇ, ਤਾਂ ਉਸ ਤੋਂ ਬਰਦਾਸ਼ਤ ਨਹੀਂ ਹੋਇਆ। ਉਹ ਸੋਚਣ ਲੱਗੇ ਕਿ 2 ਮਹੀਨੇ ਵਿੱਚ ਮੇਰੀ ਪਤਨੀ ਇਹਨਾਂ ਦੀ ਸੇਵਾ ਵਿੱਚ ਤਨ ਮਨ ਨਾਲ ਲੱਗੀ ਹੋਈ ਹੈ। ਨਿਮਰਤ ਦੀ ਸੇਵਾ ਕਰਦੇ ਸਮੇਂ ਨਾ ਤਾਂ ਉਸਨੇ ਆਪਣੀ ਤਬੀਅਤ ਦਾ ਖਿਆਲ ਕੀਤਾ ਤੇ ਨਾ ਹੀ ਉਸਨੇ ਥਕਾਨ ਮਹਿਸੂਸ ਕੀਤੀ, ਤੇ ਇਸ ਸਭ ਦਾ ਇਹ ਸਿਲਾ ਦਿੱਤਾ ਪੁੱਤ ਨੂੰਹ ਨੇ। ਇੱਕ ਵਾਰ ਦਿਲ ਤਾਂ ਕੀਤਾ ਕਿ ਹੁਣੇ ਜਾ ਕੇ ਕ੍ਰਿਸ਼ਨਾ ਦੇਵੀ ਨੂੰ ਵਾਪਸ ਲੈ ਆਵਾਂ, ਪਰ ਕੋਈ ਜ਼ਰੂਰੀ ਕੰਮ ਸੀ ਜਿਸ ਨੂੰ ਨਿਪਟਾਉਣਾ ਬਾਕੀ ਸੀ। ਇਸ ਲਈ ਉਹਨਾਂ ਨੂੰ 3 ਦਿਨ ਉੱਥੇ ਰੁਕਣਾ ਪਿਆ। 3-4 ਦਿਨ ਦੇ ਬਾਅਦ ਜਗਮੋਹਨ ਦਾਸ ਆਪਣੇ ਪੁੱਤ ਦੇ ਘਰ ਪਹੁੰਚ ਗਏ। ਉਸ ਸਮੇਂ ਨਿਮਰਤ ਆਪਣੇ ਕਮਰੇ ਵਿੱਚ ਸੀ। ਜਗਮੋਹਨ ਦਾਸ ਆਪਣੇ ਨਾਲ ਇੱਕ ਵੱਡਾ ਸਾਰਾ ਸ਼ਾਪਿੰਗ ਬੈਗ ਲੈ ਕੇ ਆਏ। ਉਸਨੇ ਇਹ ਬੈਗ ਡਾਈਨਿੰਗ ਟੇਬਲ ਤੇ ਰੱਖ ਦਿੱਤਾ ਤੇ ਆਪਣੀ ਪਤਨੀ ਨੂੰ ਮਿਲਣ ਕਮਰੇ ਵਿੱਚ ਚਲੇ ਗਏ। ਥੋੜੀ ਦੇਰ ਬਾਅਦ ਜਦੋਂ ਉਸਦੀ ਨੂੰਹ ਨਿਮਰਤ ਕਮਰੇ ਤੋਂ ਬਾਹਰ ਨਿਕਲ ਕੇ ਆਈ ਤਾਂ ਉਸਨੇ ਉਹ ਸ਼ਾਪਿੰਗ ਬੈਗ ਪਿਆ ਦੇਖਿਆ ਤੇ ਬੜੇ ਉਤਸ਼ਾਹ ਦੇ ਨਾਲ ਉਸ ਨੂੰ ਖੋਲ੍ਹਣ ਲੱਗੀ। ਦੇਖਿਆ ਤਾਂ ਉਸ ਵਿੱਚ ਬਹੁਤ ਸੋਹਣੀਆਂ ਸਾੜੀਆਂ ਪਈਆਂ ਸੀ। ਨਿਮਰਤ ਨੂੰ ਲੱਗਿਆ ਸ਼ਾਇਦ ਉਹ ਸਾੜੀ ਪ੍ਰਦੀਪ ਉਸ ਲਈ ਲੈ ਕੇ ਆਇਆ ਹੈ। ਉਸ ਨੂੰ ਤਾਂ ਅਜੇ ਤੱਕ ਭਿਣਕ ਵੀ ਨਹੀਂ ਸੀ ਕਿ ਉਸ ਦਾ ਸਹੁਰਾ ਵੀ ਘਰ ਆ ਗਿਆ ਹੈ, ਕਿਉਂਕਿ ਜਦੋਂ ਉਹ ਘਰ ਆਇਆ ਸੀ ਤਾਂ ਨਿਮਰਤ ਉਸ ਸਮੇਂ ਸੌਂ ਰਹੀ ਸੀ। ਉਸ ਨੂੰ ਲੱਗਿਆ ਕਿ ਪ੍ਰਦੀਪ ਉਸ ਦੇ ਲਈ ਸਰਪ੍ਰਾਈਜ਼ ਗਿਫਟ ਲੈ ਕੇ ਆਇਆ ਹੈ। ਬੜੀ ਖੁਸ਼ੀ ਤੇ ਉਤਸ਼ਾਹ ਦੇ ਨਾਲ ਨਿਮਰਤ ਫਟਾਫਟ ਸਾੜੀ ਲੈ ਕੇ ਕਮਰੇ ਵਿੱਚ ਚਲੀ ਗਈ ਤੇ ਉਹ ਸਾੜੀ ਪਾ ਕੇ ਖੁਦ ਨੂੰ ਸ਼ੀਸ਼ੇ ਵਿੱਚ ਦੇਖਣ ਲੱਗੀ। ਸਾੜੀ ਬਹੁਤ ਹੀ ਸੋਹਣੀ ਲੱਗ ਰਹੀ ਸੀ ਤੇ ਬਹੁਤ ਮਹਿੰਗੀ ਵੀ। ਨਿਮਰਤ ਸੋਚਣ ਲੱਗੀ ਕਿ ਇਹ ਸਾੜੀ ਕਮ ਸੇ ਕਮ 30,000 ਰੁਪਏ ਦੀ ਹੋਏਗੀ। ਉਹ ਤਾਂ ਹਮੇਸ਼ਾ ਤੋਂ ਹੀ ਇਹੋ ਜਿਹੀਆਂ ਸਾੜੀਆਂ ਖਰੀਦਣਾ ਚਾਹੁੰਦੀ ਸੀ। ਉਸ ਦੇ ਥੋੜ੍ਹੀ ਦੇਰ ਬਾਅਦ ਹੀ ਪ੍ਰਦੀਪ ਵੀ ਆਫਿਸ ਤੋਂ ਘਰ ਆ ਗਿਆ। ਆਪਣੇ ਕਮਰੇ ਚੋਂ ਨਿਕਲ ਕੇ ਨਿਮਰਤ ਨੇ ਬੜੀ ਖੁਸ਼ੀ-ਖੁਸ਼ੀ ਪ੍ਰਦੀਪ ਨੂੰ ਆਵਾਜ਼ ਦੇ ਕੇ ਬੁਲਾਇਆ ਤੇ ਕਹਿੰਦੀ, ਦੇਖੋ ਨਾ ਮੈਂ ਇਸ ਸਾੜੀ ਵਿੱਚ ਕਿਹੋ ਜਿਹੀ ਲੱਗ ਰਹੀ ਹਾਂ। ਜਦੋਂ ਪ੍ਰਦੀਪ ਨੇ ਉਸ ਨੂੰ ਉਸ ਸਾੜੀ ਵਿੱਚ ਦੇਖਿਆ ਤਾਂ ਉਸ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ। ਨਿਮਰਤ, ਇਹ ਸਾੜੀ ਤਾਂ ਬਹੁਤ ਸੋਹਣੀ ਲੱਗ ਰਹੀ ਹੈ, ਪਰ ਇਹ ਤਾਂ ਬਹੁਤ ਮਹਿੰਗੀ ਹੈ ਨਾ, ਤੇ ਤੂੰ ਕਦੋਂ ਖਰੀਦੀ? ਮੈਨੂੰ ਦੱਸਿਆ ਵੀ ਨਹੀਂ। ਹੈਰਾਨੀ ਨਾਲ ਪ੍ਰਦੀਪ ਨੇ ਕਿਹਾ। ਇਹ ਸੁਣ ਕੇ ਨਿਮਰਤ ਨੂੰ ਹੈਰਾਨੀ ਹੋਈ ਤੇ ਕਹਿੰਦੀ, ਕੀ ਮਤਲਬ ਇਹ ਸਾੜੀ ਤੂੰ ਨਹੀਂ ਲਿਆਇਆ? ਕਿਉਂ ਮਜ਼ਾਕ ਕਰ ਰਿਹਾ ਹੈ ਮੇਰੇ ਨਾਲ? ਇਹ ਤਾਂ ਡਾਈਨਿੰਗ ਟੇਬਲ ਤੇ ਰੱਖੀ ਸੀ, ਦੇਖ ਕਿੰਨੀ ਸੋਹਣੀ ਹੈ। ਪ੍ਰਦੀਪ ਕਹਿੰਦਾ, ਨਹੀਂ ਮੈਂ ਸੱਚ ਕਹਿ ਰਿਹਾ ਹਾਂ, ਇਹ ਸਾੜੀ ਮੈਂ ਨਹੀਂ ਲਿਆਇਆ। ਪ੍ਰਦੀਪ ਦੀ ਗੱਲ ਸੁਣਦੇ ਹੀ ਨਿਮਰਤ ਸੋਚ ਵਿੱਚ ਪੈ ਗਈ। ਜੇ ਤੁਸੀਂ ਨਹੀਂ ਲਿਆਏ ਤਾਂ ਕੌਣ ਲਿਆਇਆ ਹੈ? ਉਸ ਸਮੇਂ ਪ੍ਰਦੀਪ ਤੇ ਨਿਮਰਤ ਦੀਆਂ ਗੱਲਾਂ ਸੁਣ ਕੇ ਜਗਮੋਹਨ ਦਾਸ ਆਪਣੀ ਪਤਨੀ ਦੇ ਨਾਲ ਬਾਹਰ ਨਿਕਲੇ। ਨਿਮਰਤ ਤੇ ਪ੍ਰਦੀਪ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਤਾਂ ਜਗਮੋਹਨ ਦਾਸ ਕਹਿਣ ਲੱਗੇ, ਬਹੂ ਇਹ ਸਾੜੀ ਪ੍ਰਦੀਪ ਨੇ ਨਹੀਂ ਲੈ ਕੇ ਆਇਆ, ਮੈਂ ਲੈ ਕੇ ਆਇਆ ਹਾਂ। ਤਾਂ ਪ੍ਰਦੀਪ ਨੇ ਕਿਹਾ, ਪਾਪਾ ਤੁਸੀਂ ਕਦੋਂ ਆਏ? ਜਗਮੋਹਨ ਦਾਸ ਕਹਿੰਦੇ, ਬਸ ਬੇਟਾ
ਹੁਣੇ ਥੋੜ੍ਹੀ ਦੇਰ ਪਹਿਲਾਂ ਹੀ ਆਇਆ ਹਾਂ। ਤੇ ਬਹੂ, ਇਹ ਸਾੜੀ ਮੈਂ ਤੇਰੇ ਲਈ ਨਹੀਂ, ਆਪਣੀ ਪਤਨੀ ਲਈ ਲੈ ਕੇ ਆਇਆ ਹਾਂ। ਖੈਰ ਛੱਡ ਬਹੂ, ਮੈਨੂੰ ਲੱਗਦਾ ਹੈ ਸ਼ਾਇਦ ਇਸ ਸਾੜੀ ਦੀ ਮੇਰੀ ਪਤਨੀ ਤੋਂ ਜ਼ਿਆਦਾ ਤੈਨੂੰ ਜ਼ਰੂਰਤ ਹੈ। ਮੈਨੂੰ ਪਤਾ ਹੈ ਤੇਰੇ ਕੋਲ ਬਹੁਤ ਸਾਰੀਆਂ ਸਾੜੀਆਂ ਹੋਣਗੀਆਂ, ਪਰ ਮੈਂ ਇੰਨਾ ਯਕੀਨ ਨਾਲ ਕਹਿੰਦਾ ਹਾਂ ਕਿ ਇੰਨੀ ਮਹਿੰਗੀ ਸਾੜੀ ਤੇਰੇ ਕੋਲ ਇੱਕ ਵੀ ਨਹੀਂ ਹੋਏਗੀ। ਆਪਣੇ ਸਹੁਰੇ ਦੇ ਮੂੰਹੋਂ ਇਹ ਗੱਲ ਸੁਣ ਕੇ ਨਿਮਰਤ ਦੇ ਤਨ ਮਨ ਨੂੰ ਅੱਗ ਲੱਗ ਗਈ। ਉਸ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਇਹ ਸਾੜੀ ਪਾ ਕੇ ਉਸਨੇ ਬਹੁਤ ਵੱਡੀ ਗਲਤੀ ਕਰ ਦਿੱਤੀ ਹੋਵੇ। ਉਹ ਉਸੇ ਵੇਲੇ ਗੁੱਸੇ ਨਾਲ ਕਮਰੇ ਵਿੱਚ ਗਈ ਤੇ ਕੱਪੜੇ ਬਦਲ ਕੇ ਉਸ ਸਾੜੀ ਨੂੰ ਸ਼ਾਪਿੰਗ ਬੈਗ ਵਿੱਚ ਪਾ ਕੇ ਵਾਪਸ ਲੈ ਆਈ। ਤੇ ਜਿਵੇਂ ਹੀ ਡਾਈਨਿੰਗ ਟੇਬਲ 'ਤੇ ਰੱਖਣ ਲੱਗੀ ਤਾਂ ਜਗਮੋਹਨ ਦਾਸ ਕਹਿੰਦੇ, ਇਸ ਦੀ ਕੋਈ ਜ਼ਰੂਰਤ ਨਹੀਂ ਹੈ ਬਹੂ, ਇਹ ਸਾੜੀ ਹੁਣ ਤੂੰ ਹੀ ਰੱਖ, ਸ਼ਾਇਦ ਤੈਨੂੰ ਇਸ ਦੀ ਜ਼ਿਆਦਾ ਜ਼ਰੂਰਤ ਹੈ। ਤੇ ਵੈਸੇ ਵੀ ਮੇਰੀ ਪਤਨੀ ਹੁਣ ਕਿਸੇ ਦੀ ਉਤਾਰੀ ਹੋਈ ਸਾੜੀ ਨਹੀਂ ਪਾਏਗੀ, ਹੁਣ ਇਹੋ ਜਿਹੀਆਂ 1000 ਸਾੜੀਆਂ ਦੀ ਉਹ ਮਾਲਕਣ ਹੋਏਗੀ। ਜਗਮੋਹਨ ਦਾਸ ਦੀ ਇਹ ਗੱਲ ਸੁਣ ਕੇ ਉਸ ਦਾ ਪੁੱਤ ਪ੍ਰਦੀਪ ਆਪਣੇ ਪਾਪਾ ਦੇ ਮੂੰਹ ਵੱਲ ਦੇਖਣ ਲੱਗਿਆ। ਅੱਜ ਉਸ ਨੂੰ ਆਪਣੇ ਪਾਪਾ ਦੇ ਤੇਵਰ ਬਦਲੇ ਨਜ਼ਰ ਆ ਰਹੇ ਸੀ। ਤਾਂ ਜਗਮੋਹਨ ਦਾਸ ਕਹਿੰਦੇ, ਕਿਉਂ ਹੈਰਾਨ ਰਹਿ ਗਿਆ ਨਾ ਬੇਟਾ, ਅੱਜ ਮੈਂ ਆਪਣੇ ਨਾਲ ਇੱਕ ਬਹੁਤ ਵੱਡੀ ਖੁਸ਼ਖਬਰੀ ਲੈ ਕੇ ਆਇਆ ਹਾਂ। ਕਹਿੰਦੇ ਹੋਏ ਉਹਨਾਂ ਨੇ ਆਪਣੇ ਬੈਗ ਵਿੱਚੋਂ ਕੁਝ ਕਾਗਜ਼ ਕੱਢੇ ਤੇ ਪ੍ਰਦੀਪ ਦੇ ਹੱਥ ਵਿੱਚ ਫੜਾਉਂਦੇ ਹੋਏ ਕਿਹਾ, ਇਹ ਦੇਖ ਪ੍ਰਦੀਪ ਬੇਟਾ, ਸਾਡੇ ਪਿੰਡ ਨੂੰ ਸ਼ਹਿਰ ਨਾਲ ਜੋੜਨ ਵਾਲੀ ਸੜਕ 'ਤੇ ਮੈਂ ਆਪਣੀ ਪਤਨੀ ਦੇ ਨਾਮ 'ਤੇ ਇੱਕ ਸਾੜੀਆਂ ਦਾ ਸ਼ੋਅਰੂਮ ਖਰੀਦਿਆ ਹੈ। ਇਹ ਉਸ ਦੇ ਕਾਗਜ਼ ਨੇ। ਆਪਣੇ ਸਹੁਰੇ ਦੀ ਇਹ ਗੱਲ ਸੁਣ ਕੇ ਨਿਮਰਤ ਦੇ ਤਾਂ ਹੋਸ਼ ਉੱਡ ਗਏ ਤੇ ਇਹ ਗੱਲ ਸੁਣਦੇ ਹੀ ਪ੍ਰਦੀਪ ਹੱਕਾ ਬੱਕਾ ਰਹਿ ਗਿਆ। ਪਰ ਪਾਪਾ, ਸ਼ੋਅਰੂਮ ਖਰੀਦਣ ਦੇ ਲਈ ਤੁਹਾਡੇ ਕੋਲ ਪੈਸੇ ਕਿੱਥੋਂ ਆਏ? ਕਿਤੇ ਹਾਂ ਬੇਟਾ, ਬਿਲਕੁਲ ਸਹੀ ਸਮਝਿਆ ਤੂੰ। ਜੋ ਪੈਸੇ ਮੈਂ ਤੈਨੂੰ ਦੇਣ ਵਾਲਾ ਸੀ, ਉਹਨਾਂ ਪੈਸਿਆਂ ਨਾਲ ਮੈਂ ਉਹ ਸ਼ੋਅਰੂਮ ਖਰੀਦਿਆ ਹੈ। ਹੁਣ ਤਾਂ ਨਿਮਰਤ ਤੇ ਪ੍ਰਦੀਪ ਨੂੰ ਤਾਂ ਜਿਵੇਂ ਸੱਪ ਹੀ ਸੁੰਘ ਗਿਆ। ਪ੍ਰਦੀਪ ਗੁੱਸੇ ਨਾਲ ਕੰਬਦਾ ਹੋਇਆ ਕਹਿੰਦਾ, ਤੁਸੀਂ ਤਾਂ ਸਾਡੇ ਘਰ ਦੇ ਲਈ ਪੈਸਿਆਂ ਦਾ ਇੰਤਜ਼ਾਮ ਕਰਨ ਗਏ ਸੀ ਨਾ। ਤੁਸੀਂ ਤਾਂ ਮੇਰੇ ਨਾਲ ਵਾਅਦਾ ਕੀਤਾ ਸੀ ਕਿ ਉਹ ਪੈਸੇ ਤੁਸੀਂ ਮੈਨੂੰ ਦਿਓਗੇ। ਫਿਰ ਇਹ ਸਭ ਕੀ ਹੈ? ਤਾਂ ਜਗਮੋਹਨ ਦਾਸ ਕਹਿੰਦੇ, ਹਾਂ ਬੇਟਾ, ਪਰ ਉਸ ਤੋਂ ਪਹਿਲਾਂ ਮੈਂ ਆਪਣੀ ਪਤਨੀ ਨਾਲ ਵਾਅਦਾ ਕੀਤਾ ਸੀ ਕਿ ਮੈਂ ਉਸ ਨੂੰ ਇੱਕ ਸਨਮਾਨ ਭਰੀ ਜ਼ਿੰਦਗੀ ਦਿਆਂਗਾ ਤੇ ਉਸ ਦੀ ਬੇਇੱਜ਼ਤੀ ਕਰਨ ਦਾ ਹੱਕ ਮੈਂ ਅੱਜ ਤੱਕ ਕਿਸੇ ਨੂੰ ਨਹੀਂ ਦਿੱਤਾ ਹੈ। ਤੇ ਵੈਸੇ ਵੀ ਉਹ ਪੈਸੇ ਮੇਰੇ ਸੀ, ਮੇਰੀ ਮਿਹਨਤ ਦੀ ਕਮਾਈ ਦੇ ਸੀ। ਉਹਨਾਂ ਪੈਸਿਆਂ ਨੂੰ ਕਿੱਥੇ ਇਸਤੇਮਾਲ ਕਰਨਾ ਹੈ ਤੇ ਕਿੱਥੇ ਨਹੀਂ, ਇਹ ਫੈਸਲਾ ਲੈਣ ਦੇ ਲਈ ਮੈਂ ਬਿਲਕੁਲ ਠੀਕ ਹਾਂ। ਤੇ ਬਹੂ, ਤੂੰ ਇਹ ਬਿਲਕੁਲ ਨਾ ਸੋਚਣਾ ਕਿ ਮੇਰੀ ਪਤਨੀ ਮਹਿੰਗੀ ਸਾੜੀ ਨਹੀਂ ਪਾ ਸਕਦੀ। ਮੇਰੀ ਚੰਗੀ ਖਾਸੀ ਨੌਕਰੀ ਸੀ ਤੇ ਹੁਣ ਮੈਨੂੰ ਪੈਨਸ਼ਨ ਮਿਲਦੀ ਹੈ, ਪਰ ਉਹ ਤਾਂ ਕ੍ਰਿਸ਼ਨਾ ਹੀ ਹਮੇਸ਼ਾ ਸਧਾਰਨ ਜ਼ਿੰਦਗੀ ਜਿਉਣਾ ਚਾਹੁੰਦੀ ਸੀ, ਇਸ ਲਈ ਉਸਨੇ ਕਦੇ ਮਹਿੰਗੇ ਕੱਪੜੇ ਨਹੀਂ ਪਾਏ। ਆਪਣੇ ਬੱਚਿਆਂ ਦੀ ਪੜ੍ਹਾਈ ਲਿਖਾਈ ਵਿੱਚ ਪੈਸੇ ਖਰਚ ਕਰਨਾ ਉਸ ਨੂੰ ਬਿਹਤਰ ਲੱਗਦਾ ਸੀ, ਇਸ ਲਈ ਉਸਨੇ ਕਦੇ ਆਪਣੇ 'ਤੇ ਜ਼ਿਆਦਾ ਪੈਸਾ ਖਰਚ ਨਹੀਂ ਕੀਤਾ। ਤੇ ਬੇਟਾ ਪ੍ਰਦੀਪ, ਇਹ ਤਾਂ ਅਸੀਂ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਜਿਨ੍ਹਾਂ ਬੱਚਿਆਂ ਦੇ ਲਈ ਅਸੀਂ ਜ਼ਿੰਦਗੀ ਭਰ ਤਿਆਗ ਕਰਦੇ ਆਏ, ਆਪਣੀਆਂ ਇੱਛਾਵਾਂ ਨੂੰ ਦਬਾਉਂਦੇ ਆਏ, ਉਹੀ ਬੱਚੇ ਸਾਨੂੰ ਇਹ ਦਿਨ ਦਿਖਾਉਣਗੇ। ਅਸੀਂ ਤਾਂ ਆਪਣਾ ਪਿੰਡ ਦਾ ਘਰ ਤੇ ਜ਼ਮੀਨ ਵੇਚ ਕੇ ਸਭ ਕੁਝ ਤੇਰੇ ਹਵਾਲੇ ਕਰਕੇ ਤੇਰੇ ਨਾਲ ਰਹਿਣ ਦੇ ਬਾਰੇ ਸੋਚ ਰਹੇ ਸੀ। ਜ਼ਮੀਨ ਤਾਂ ਮੈਂ ਵੇਚ ਦਿੱਤੀ ਸੀ, ਪਰ ਚੰਗਾ ਹੋਇਆ ਕਿ ਘਰ ਵੇਚਣ ਤੋਂ ਠੀਕ 2 ਦਿਨ ਪਹਿਲਾਂ ਤੂੰ ਤੇ ਤੇਰੀ ਪਤਨੀ ਨੇ ਆਪਣਾ ਰੰਗ ਦਿਖਾ ਦਿੱਤਾ। ਭਰੀ ਮਹਿਫਲ ਵਿੱਚ ਤੁਸੀਂ ਆਪਣੀ ਮਾਂ ਦੀ ਇਹੋ ਜਿਹੀ ਬੇਇੱਜ਼ਤੀ ਕੀਤੀ, ਇਹ ਸੁਣ ਕੇ ਮੇਰਾ ਕਲੇਜਾ ਕੰਬ ਗਿਆ। ਹੁਣ ਜਦੋਂ ਤੇਰੀ ਅਸਲੀਅਤ ਮੇਰੇ ਸਾਹਮਣੇ ਆ ਗਈ ਹੈ ਤਾਂ ਆਪਣਾ ਸਭ ਕੁਝ ਤੈਨੂੰ ਦੇਣ ਦੀ ਗਲਤੀ ਤਾਂ ਮੈਂ ਕਦੇ ਵੀ ਨਹੀਂ ਕਰ ਸਕਦਾ। ਜਗਮੋਹਨ ਦਾਸ ਦੀ ਇਹ ਗੱਲ ਸੁਣਦੇ ਹੀ ਪ੍ਰਦੀਪ ਤੇ ਨਿਮਰਤ ਹੈਰਾਨੀ ਨਾਲ ਇੱਕ ਦੂਜੇ ਦੇ ਮੂੰਹ ਵੱਲ ਦੇਖਣ ਲੱਗੇ ਤੇ ਜਗਮੋਹਨ ਦਾਸ ਕਹਿੰਦੇ, ਹਾਂ ਬਹੂ, ਹੁਣ ਤੇਰੀ ਸੱਸ ਮਹਿੰਗੀਆਂ ਸਾੜੀਆਂ ਪਾਵੇਗੀ, ਫਿਰ ਤੂੰ ਆਪਣੀ ਸੱਸ ਨੂੰ ਨਹੀਂ ਕਹੇਂਗੀ ਨਾ ਕਿ ਉਹ ਫਟੀਚਰ ਸਾੜੀਆਂ ਪਾਉਂਦੀ ਹੈ ਤੇ ਉਸ ਨੂੰ ਮਹਿੰਗੀਆਂ ਸਾੜੀਆਂ ਪਾਉਣ ਦੀ ਸਮਝ ਨਹੀਂ ਹੈ। ਜਗਮੋਹਨ ਦਾਸ ਦੇ ਮੂੰਹੋਂ ਇਹ ਜਵਾਬ ਸੁਣ ਕੇ
ਨਿਮਰਤ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਬਿਨਾਂ ਥੱਪੜ ਮਖਾਏ ਹੀ ਉਸ ਦੇ ਗਲ 'ਤੇ ਕਿਸੇ ਨੇ ਥੱਪੜ ਮਾਰ ਦਿੱਤਾ ਹੋਵੇ। ਆਪਣੇ ਪਾਪਾ ਦੀਆਂ ਗੱਲਾਂ ਦਾ ਪ੍ਰਦੀਪ ਤੇ ਨਿਮਰਤ ਨੂੰ ਕੋਈ ਜਵਾਬ ਨਹੀਂ ਮਿਲ ਪਾ ਰਿਹਾ ਸੀ। ਤਾਂ ਜਗਮੋਹਨ ਦਾਸ ਕਹਿੰਦੇ, ਚਲੋ ਕ੍ਰਿਸ਼ਨਾ, ਤੂੰ ਆਪਣਾ ਸਮਾਨ ਪੈਕ ਕਰ ਲੈ। ਹੁਣ ਆਪਾਂ ਨੂੰ ਇੱਥੇ ਰਹਿਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ। ਆਪਾਂ ਅੱਜ ਹੀ, ਬਲਕਿ ਹੁਣੇ ਹੀ ਆਪਣੇ ਘਰ ਚੱਲਦੇ ਹਾਂ। ਆਪਾਂ ਆਪਣੇ ਘਰ ਵਿੱਚ ਬਹੁਤ ਵਧੀਆ ਰਹਿ ਸਕਦੇ ਹਾਂ। ਜਾਂਦੇ ਵਕਤ ਜਗਮੋਹਨ ਦਾਸ ਨੇ ਪ੍ਰਦੀਪ ਤੋਂ ਉਹ ਕਾਗਜ਼ ਲੈ ਕੇ ਕਿਹਾ, ਬੇਟਾ, ਤੇਰੀ ਮਾਂ ਨੇ ਤੈਨੂੰ ਬੜੇ ਲਾਡ ਪਿਆਰ ਨਾਲ ਪਾਲ ਪਲੋਸ ਕੇ ਵੱਡਾ ਕੀਤਾ ਸੀ। ਤੇਰੀ ਹਰ ਜ਼ਰੂਰਤ, ਹਰ ਛੋਟੀ ਮੋਟੀ ਇੱਛਾ ਦਾ ਉਸਨੇ ਧਿਆਨ ਰੱਖਿਆ ਸੀ। ਤੇਰੇ ਕਿਸੇ ਸ਼ੌਂਕ ਵਿੱਚ ਕਦੇ ਕੋਈ ਕਮੀ ਨਹੀਂ ਆਉਣ ਦਿੱਤੀ ਸੀ। ਪਰ ਇਹ ਗੱਲ ਉਸ ਨੂੰ ਪਤਾ ਨਹੀਂ ਸੀ ਕਿ ਇੱਕ ਦਿਨ ਉਹੀ ਬੇਟਾ ਜਿਸ ਦੇ ਲਈ ਉਸਨੇ ਆਪਣਾ ਸਭ ਕੁਝ ਕੁਰਬਾਨ ਕਰ ਦਿੱਤਾ, ਉਸ ਦੀਆਂ ਭਾਵਨਾਵਾਂ ਤੇ ਤਿਆਗ ਦਾ ਇਸ ਤਰ੍ਹਾਂ ਮਜ਼ਾਕ ਬਣਾ ਦੇਵੇਗਾ। ਮਾਫ਼ ਕਰਨਾ ਬੇਟਾ, ਤੂੰ ਜ਼ਿੰਦਗੀ ਵਿੱਚ ਤਾਂ ਅੱਗੇ ਵਧ ਗਿਆ, ਪਰ ਜਿਸ ਦੇ ਕਾਰਨ ਤੂੰ ਇੱਥੇ ਤੱਕ ਪਹੁੰਚਿਆ ਹੈ, ਉਸ ਨੂੰ ਤੂੰ ਪਿੱਛੇ ਹੀ ਛੱਡ ਦਿੱਤਾ। ਬਹੂ ਤਾਂ ਪਰਾਏ ਘਰ ਤੋਂ ਆਈ ਸੀ, ਪਰ ਤੂੰ ਤਾਂ ਆਪਣੀ ਮਾਂ ਦਾ ਸੰਘਰਸ਼ ਦੇਖਿਆ ਸੀ ਨਾ। ਅਫਸੋਸ ਕਿ ਤੂੰ ਵੀ ਉਸ ਨੂੰ ਨਾ ਸਮਝ ਸਕਿਆ। ਇੱਕ ਸਾੜੀ ਹੀ ਗੰਦੀ ਹੋਈ ਸੀ ਨਾ। ਬਚਪਨ ਵਿੱਚ ਤੂੰ ਆਪਣੀ ਮਾਂ ਦੀਆਂ ਕਿੰਨੀਆਂ ਸਾੜੀਆਂ ਗੰਦੀਆਂ ਕੀਤੀਆਂ ਸੀ, ਉਸ ਦਾ ਅੰਦਾਜ਼ਾ ਵੀ ਤੈਨੂੰ ਨਹੀਂ ਹੈ। ਇੰਨਾ ਕਹਿ ਕੇ ਜਗਮੋਹਨ ਦਾਸ ਆਪਣੀ ਪਤਨੀ ਦਾ ਹੱਥ ਫੜ ਕੇ ਪਿੰਡ ਲਈ ਨਿਕਲ ਗਏ। ਅੱਜ ਪ੍ਰਦੀਪ ਤੇ ਨਿਮਰਤ ਦੀਆਂ ਨਜ਼ਰਾਂ ਸ਼ਰਮਿੰਦਗੀ ਨਾਲ ਜ਼ਮੀਨ 'ਤੇ ਗੱਡੀਆਂ ਜਾ ਰਹੀਆਂ ਸੀ। ਪਛਤਾਵੇ ਦੀ ਅੱਗ ਵਿੱਚ ਜਲਦੇ ਹੋਏ ਉਹ ਦੋਨੇ ਬਿਨਾਂ ਸ਼ਬਦ ਖੜੇ ਰਹੇ। ਉਹਨਾਂ ਦੇ ਸੁਪਨਿਆਂ ਦਾ ਮਹਿਲ ਬਣਨ ਤੋਂ ਪਹਿਲਾਂ ਹੀ ਢਹਿ ਗਿਆ ਸੀ। ਤਾਂ ਦੋਸਤੋ, ਇਹ ਹੈ ਆਪਣੀ ਅੱਜ ਦੀ ਕਹਾਣੀ। ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਕਿ ਜਗਮੋਹਨ ਦਾਸ ਨੇ ਜੋ ਵੀ ਕੀਤਾ ਸਹੀ ਕੀਤਾ ਜਾਂ ਗਲਤ ਕੀਤਾ। ਜੇ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਣਾ। ਮਿਲਦੇ ਹਾਂ ਜੀ ਕਿਸੇ ਇੱਦਾਂ ਦੀ ਹੋਰ ਕਹਾਣੀ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।